वैराग। श्री गुरु ग्रंथ साहिब उदद बंदों कर अनुराग। एकंकारा सतगुरु ते प्रसाद सच होए। वाहिगुरु जी की फतेह बिघ्न विनाशन सोए। कहाँ बुद्ध प्रभ तुच्छ हमारी वर्णन सके महिमा जो तिहारी। हम ना सकत कर सिफत तुम्हारी आप लेहो तुम कथा सुधारी। हम ना सकत कर सिफत तुम्हारी आप लेहो तुम कथा सुधारी। सतनाम श्री वाहिगुरु साहिब जी। सुधा सरोवर जाए शनाने पुन पहुँचे हर मंदिर थाने। बैठत भये सो सभा सुधार गावन लगे सो आसा वार। सुधा सरोवर जाए शनाने वाहिगुरु जी का खालसा वाहिगुरु जी की फतेह। गरीब नवाज धन 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 सतगुरु श्री गुरु ग्रंथ साहिब जी की परम पवित्र पावन हजूरी अंदर सचखंड श्री हरमंदिर साहिब श्री दरबार साहिब श्री अमृतसर साहिब जी के दर्शन इशनान करने वास्ते पहुँचिया हुई समूह गुरु की संगत सतगुरु की पावन हजूरी अंदर पंचम पिता धन धन श्री गुरु अर्जुन देव साहिब जी के पावन अस्थान गुरुद्वारा श्री मंजी साहिब दीवान अस्थान श्री अमृतसर साहिब विखे सतगुरु श्री गुरु रामदास साहिब जी की कृपा के पात्र बनने वास्ते इस अस्थान ते सुंदर दिन दे पिछले पैर दे दीवान सजदे ने। सजे हुए दीवान विच गुरु की पावन हजूरी अंदर अमृत गुरबाणी कीर्तन उपरंत गुर इतिहास की कथा जो लड़ीवार प्रसंग चल रहा है उसनूं इस वक्त रूटीन मुताबक हर रोज़ सरवण करवाया जाता है ते संगतां सरवण करन वास्ते पुजदियां ने। कुछ संगतां जो साध संगत चैनल के माध्यम राहीं घरां विच बैठ के भी सरवण करदियां ने क्योंकि गुर इतिहास सरवण कीतियां सानू इतिहास की सोझी आंदी है। उसका पता चलता है गुरु साहिब दे पर उपकार दे कारज किन्ने वड्डे ने। साडे कलयुगी जीवां उपर गुरु साहिब ने किड्डे वड्डे पर उपकार कीते ने। ये इतिहास की लिखत विचों सानू पता लगता है। जो प्रसंग चल रहा है रास चौथी का अध्याय नंबर 15वां अज उसकी 18वां बंद आपां शुरू करांगे। कल आपां 17 बंदा तक इस अध्याय की कथा सरवण कर चुके हैं। धन श्री गुरु अर्जुन देव साहिब जी शहीदां दे सरताज गरीब नवाज बाणी के बोहित जदों अपने साहिबजादे
ਸ਼੍ਰੀ ਹਰਗੋਬਿੰਦ ਸਾਹਿਬ ਸਤਿਗੁਰੂ ਜੋ ਬਾਅਦ ਵਿੱਚ ਗੁਰੂ ਪਦਵੀ ਤੇ ਬਿਰਾਜਮਾਨ ਹੋਏ ਤੇ ਛਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਇਤ ਆਦਿਕ ਆਪਾਂ ਭਾਈ ਗੁਰਦਾਸ ਜੀ ਦੇ ਬਚਨਾਂ ਮੁਤਾਬਕ ਸਤਿਗੁਰਾਂ ਨੂੰ ਯਾਦ ਕਰਦੇ ਹਾਂ। ਅਜੇ ਗੁਰਗੱਦੀ ਤੇ ਛੇਵੇਂ ਪਾਤਸ਼ਾਹ ਬਿਰਾਜਮਾਨ ਨਹੀਂ ਹੋਏ ਤੇ ਉਹਨਾਂ ਦਾ ਵਿਆਹ ਦਾ ਕਾਰਜ, ਆਨੰਦ ਕਾਰਜ ਜਦੋਂ ਪੰਚਮ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਾਧ ਸੰਗਤ ਡੱਲੇ ਨਿਵਾਸੀ ਗੁਰਮੁਖਾਂ ਦੀ ਸਪੁੱਤਰੀ ਬੀਬੀ ਦਮੋਦਰੀ ਜੀ ਨਾਲ ਛੇਵੇਂ ਪਾਤਸ਼ਾਹ ਦਾ ਵਿਆਹ ਦਾ ਕਾਰਜ ਕਰਕੇ ਸਤਿਗੁਰੂ ਤੇ ਗੋਇੰਦਵਾਲ ਸਾਹਿਬ ਸ੍ਰੀ ਤਰਨ ਤਾਰਨ ਸਾਹਿਬ ਦੇ ਰਸਤੇ ਥਾਈਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ। ਇੱਥੇ ਪਹੁੰਚ ਕੇ ਸੰਗਤਾਂ ਨੇ ਖੁਸ਼ੀ ਮਨਾਈ, ਧੰਨ ਮਾਤਾ ਗੰਗਾ ਜੀ ਨੇ ਖੁਸ਼ੀ ਮਨਾਈ। ਬੀਬੀ ਦਮੋਦਰੀ ਜੀ ਦੇ ਆਉਣ ਕਰਕੇ ਕਿ ਉਹਨਾਂ ਦਾ ਸਪੁੱਤਰ ਛੇਵੇਂ ਪਾਤਸ਼ਾਹ ਜੋ ਆਨੰਦ ਕਾਰਜ ਕਰਕੇ ਬੀਬੀ ਦਮੋਦਰੀ ਜੀ ਨਾਲ ਜਿਨ੍ਹਾਂ ਦਾ ਵਿਆਹ ਦਾ ਕਾਰਜ ਹੋਇਆ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਘਰ ਪਹੁੰਚੇ। ਸੰਗਤਾਂ ਨੇ ਬੜੀਆਂ ਖੁਸ਼ੀਆਂ ਕੀਤੀਆਂ। ਸਵਾਦਲੇ ਜਲ ਪਾਣੀ ਦੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਤੇ ਸੰਗਤਾਂ ਨੂੰ ਛਕਾਇਆ ਗਿਆ ਤੇ ਅੰਮ੍ਰਿਤ ਵੇਲਾ ਹੋਇਆ ਤੇ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਾਧ ਸੰਗਤ ਸਾਵਧਾਨ ਹੋਏ। ਉਹਨਾਂ ਨੇ ਆਪਣੇ ਮਾਮਾ ਮੋਹਨ ਜੀ ਨੂੰ ਕਿਹਾ, ਮਾਮਾ ਜੀ ਚਲੋ ਸ਼੍ਰੀ ਹਰਿਮੰਦਰ ਸਾਹਿਬ ਆਪਾਂ ਚੱਲੀਏ। ਧੰਨ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਖੂਹ ਤੇ ਇਸ਼ਨਾਨ ਕਰਕੇ ਫਿਰ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤਾ। ਸਤਿਗੁਰਾਂ ਦੇ ਮਾਮਾ ਮੋਹਨ ਜੀ ਨੇ ਵੀ ਇਸ਼ਨਾਨ ਕੀਤਾ ਤੇ ਸਤਿਗੁਰੂ ਹਰਿਮੰਦਰ ਸਾਹਿਬ ਪਹੁੰਚ ਗਏ। ਦੀਵਾਨ ਸੱਜਾ, ਸਜੇ ਹੋਏ ਦੀਵਾਨ ਅੰਦਰ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋਇਆ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਕਿਰਪਾ ਵਾਲੇ ਗੁਰਸਿੱਖ ਜਿਨ੍ਹਾਂ ਵਿੱਚ ਭਾਈ ਉਮਰ ਸ਼ਾਹ, ਭਾਈ ਕਲਿਆਣਾ ਜੀ, ਬਾਬਾ ਮੋਹਰੀ ਜੀ ਦੇ ਸਪੁੱਤਰ ਬਾਬਾ ਆਨੰਦ ਜੀ, ਭਾਈ ਸੰਸ ਰਾਮ ਜੀ, ਇਤ ਆਦਿਕ ਸਾਰੇ ਗੁਰੂ ਕੇ ਦਰਬਾਰ ਵਿੱਚ ਹਰਿਮੰਦਰ ਸਾਹਿਬ ਪਹੁੰਚ ਗਏ। ਤੇ ਸਾਰਿਆਂ ਨੇ ਜਦੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ, ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਤੇ ਸਾਰਿਆਂ ਦੇ ਮਨ ਵਿੱਚ ਬੜੀ ਪ੍ਰਸੰਨਤਾ ਹੋਈ। ਇਹ ਆਪਾਂ ਅੱਜ ਪ੍ਰਸੰਗ ਵਿਚਾਰਾਂਗੇ। ਸਤਿਗੁਰੂ ਕਿਰਪਾ ਕਰਨ। ਇੱਕ ਵਾਰ ਸਾਰੀ ਸੰਗਤ ਹਾਜ਼ਰੀ ਲਵਾਉਂਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਸਾਰੇ ਰਸਨਾ ਪਵਿੱਤਰ ਕਰੋ ਤੇ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਦਾ ਸਰੋਵਰ ਜਾਏ ਇਸ਼ਨਾਨੇ। ਤੋ ਗਰੀਬ ਨਵਾਜ ਸਤਿਗੁਰੂ ਜੀ ਨੇ ਮਾਮਾ ਮੋਹਨ ਜੀ ਦੇ ਨਾਲ ਅੰਮ੍ਰਿਤ ਸਰੋਵਰ ਵਿੱਚ ਪਹੁੰਚ ਕੇ ਤੇ ਇਸ਼ਨਾਨ ਕੀਤਾ। ਸਤਿਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੁਨ ਪਹੁੰਚੇ ਹਰਿਮੰਦਰ ਥਾਨੇ। ਤੇ ਫਿਰ ਸਤਿਗੁਰੂ ਇਸ਼ਨਾਨ ਕਰਕੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ। ਬੈਠਤ ਭਏ ਸੋ ਸਭਾ ਸੁਧਾਰ। ਤੇ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਸਭਾ ਵਿੱਚ ਸੰਗਤ ਵਿੱਚ ਬੈਠ ਗਏ ਤੇ ਬਾਕੀ ਜਿਹੜੀਆਂ ਸੰਗਤਾਂ ਦਰਸ਼ਨ ਇਸ਼ਨਾਨ ਕਰਕੇ ਹਰਿਮੰਦਰ ਸਾਹਿਬ ਪਹੁੰਚ ਰਹੀਆਂ, ਉਹ ਵੀ ਗੁਰੂ ਕੀ ਸੰਗਤ ਵਿੱਚ ਬੈਠਦੀਆਂ ਜਾਂਦੀਆਂ ਨੇ। ਸਾਧ ਸੰਗਤ, ਸਾਰੀ ਸੰਗਤ ਸਤਿਗੁਰਾਂ ਸਮੇਤ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੱਜ ਗਏ। ਗਾਵਨ ਲੱਗੇ ਸੋ ਆਸਾ ਵਾਰ। ਤੋ ਆਸਾ ਜੀ ਦੀ ਵਾਰ ਦਾ ਕੀਰਤਨ ਗਾਇਨ ਹੋਣਾ ਸ਼ੁਰੂ ਹੋ ਗਿਆ, ਜੋ ਅੰਮ੍ਰਿਤ ਵੇਲੇ ਦੀ ਮਰਿਆਦਾ ਹੈ। ਅੱਜ ਵੀ ਹਰੇਕ ਗੁਰੂ ਘਰਾਂ ਵਿੱਚ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ। ਰਾਗੀ ਜਥੇ ਕੀਰਤਨ ਗਾਇਨ ਕਰਦੇ, ਸੰਗਤਾਂ ਬੜੇ ਪ੍ਰੇਮ ਨਾਲ ਬੈਠ ਕੇ ਸਰਵਣ ਕਰਦੀਆਂ। ਇਸੇ ਤਰ੍ਹਾਂ ਉਸ ਵਕਤ ਵੀ
ਜਦੋਂ ਸਤਿਗੁਰੂ ਹਰਿਮੰਦਰ ਸਾਹਿਬ ਆਣ ਕੇ ਬਿਰਾਜਮਾਨ ਹੋਏ ਤੇ ਪਾਤਸ਼ਾਹ ਜੀ ਆਪ ਸੰਗਤਾਂ ਦੇ ਸਮੇਤ ਆਸਾ ਜੀ ਦੀ ਵਾਰ ਦਾ ਕੀਰਤਨ ਗਾਇਨ ਕਰਨ ਲੱਗੇ। ਬ੍ਰਿਧ ਜੁਤ ਆਏ ਗਇਓ ਗੁਰਦਾਸ। ਬ੍ਰਿਧ ਦਾ ਮਤਲਬ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਨਾਲ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵੀ ਆਏ ਨੇ। ਜਦੋਂ ਸਤਿਗੁਰੂ ਹਰਿਮੰਦਰ ਸਾਹਿਬ ਦੇ ਵਿੱਚ ਬਿਰਾਜਮਾਨ ਹੋਏ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਜੀ ਆ ਗਏ। ਬੈਠੇ ਬ੍ਰਿੰਦ ਮਸੰਦੈ ਪਾਸ। ਤੇ ਬਹੁਤ ਸਾਰੇ ਗੁਰਮੁਖ ਜੋ ਸਿੱਖੀ ਦੇ ਪ੍ਰਚਾਰਕ ਨੇ ਉਹ ਵੀ ਸਤਿਗੁਰਾਂ ਦੇ ਪਾਸ ਸਜੇ ਨੇ, ਜਿਨ੍ਹਾਂ ਨੂੰ ਭਾਵ ਮਸਨਦ ਮਸੰਦ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਸੀ। ਜੋ ਦੂਰ ਦਰਾਡੇ ਸਿੱਖੀ ਦੇ ਪ੍ਰਚਾਰਕ ਸਨ, ਜੀਵਨ ਵਾਲੇ ਗੁਰਸਿੱਖ, ਉਹ ਵੀ ਸਤਿਗੁਰਾਂ ਦੇ ਪਾਸ ਬੈਠੇ ਸਨ ਹਨ। ਉਮਰ ਸ਼ਾਹ ਭਾਈ ਕਲਿਆਣ। ਇੱਧਰ ਉਹਨਾਂ ਵਿੱਚ ਕੌਣ ਕੌਣ ਸਜਿਆ ਹੈ? ਮਾਂ ਕਵੀ ਜੀ ਨੇ ਦੱਸਿਆ ਹੈ ਭਾਈ ਉਮਰ ਸ਼ਾਹ ਜੀ ਤੇ ਭਾਈ ਕਲਿਆਣ ਜੀ ਇਹ ਬੜੇ ਕਮਾਈ ਵਾਲੇ ਗੁਰਸਿੱਖ ਨੇ, ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ, ਬਾਣੀ ਨੂੰ ਕਮਾਇਆ ਹੈ। ਉਹ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਸ ਹਰਿਮੰਦਰ ਸਾਹਿਬ ਵਿੱਚ ਸਜੇ ਨੇ। ਬਹੁਤ ਸਿੱਖ ਕਰੇ ਦਰਸ ਕੋ ਆਨ। ਤੇ ਬਹੁਤ ਸਿੱਖ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੇ ਨੇ। ਨੰਦ ਆਨੰਦ ਮੋਹਰੀ ਸੰਗ। ਨੰਦ ਕਹੀਏ ਪੁੱਤਰ ਨੂੰ ਤੇ ਆਨੰਦ ਬਾਬਾ ਜੀ ਦਾ ਨਾਮ ਸੀ। ਮੋਹਰੀ ਜੀ ਦੇ ਪੁੱਤਰ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰੇ ਆਪਣੇ ਪਿਤਾ ਬਾਬਾ ਮੋਹਰੀ ਜੀ ਦੇ ਨਾਲ ਸੰਸਰਾਮ ਜੁਤ ਹਿਰਦੇ ਉਮੰਗ। ਤੇ ਬੜੇ ਦਿਲੋਂ ਚਾਹ ਭਰੇ ਦਿਲ ਦੇ ਨਾਲ, ਬੜੇ ਉਤਸ਼ਾਹ ਨਾਲ, ਉਮਾ ਨਾਲ, ਤੇ ਸਾਧ ਸੰਗਤ ਭਾਈ ਸੰਸਰਾਮ ਜੀ ਵੀ ਦਿਲੋਂ ਬੜੇ ਪ੍ਰਸੰਨ ਨੇ। ਉਹ ਵੀ ਸੰਗਤ ਦੇ ਇਹਨਾਂ ਗੁਰਮੁਖਾਂ ਦੇ ਨਾਲ ਆਏ ਸਭਾ ਦਰਬਾਰ ਲਗਾਈ। ਤੇ ਸਾਰਿਆਂ ਨੇ ਆਣ ਕੇ ਦਰਬਾਰ ਵਿੱਚ ਸਤ ਸੰਗਤ ਕੀਤੀ, ਭਾਵ ਸਤ ਸੰਗਤ ਵਿੱਚ ਜੋ ਬੈਠ ਗਏ, ਸੱਜ ਗਏ ਨੇ। ਹੇਰਤ ਸੁਨਤ ਸਰਬ ਹਰ ਖਾਈ। ਤੇ ਹੇਰਤ ਕਹੀਏ ਦਰਸ਼ਨ ਕਰਨੇ, ਵੇਖਣਾ। ਜਦੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੋਏ ਤੇ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਕੇ ਤੇ ਸਾਰੇ ਗੁਰਸਿੱਖਾਂ ਵਿੱਚ ਬੜੀ ਖੁਸ਼ੀ ਦੀ ਲਹਿਰ ਪ੍ਰਗਟ ਹੋਈ। ਪ੍ਰਾਤ ਹੋਤ ਕੇ ਪਾਇਓ ਭੋਗ। ਜਦੋਂ ਸਵੇਰ ਹੋਈ ਤੇ ਫਿਰ ਆਸਾ ਜੀ ਦੀ ਵਾਰ ਦਾ ਭੋਗ ਪਿਆ। ਸਿਰ ਨਵਾਏ ਤਬ ਸਭ ਹੂੰ ਲੋਗ। ਤੋ ਜਿੰਨੀ ਵੀ ਸੰਗਤ ਸ਼੍ਰੀ ਹਰਿਮੰਦਰ ਸਾਹਿਬ ਅੰਦਰ ਬਿਰਾਜਮਾਨ ਹੈ ਸਤਿਗੁਰਾਂ ਦੇ ਸਮੇਤ, ਤੇ ਆਸਾ ਦੀ ਵਾਰ ਜੀ ਦੇ ਭੋਗ ਤੋਂ ਬਾਅਦ ਸਾਰਿਆਂ ਨੇ ਸਿਰ ਨਵਾ ਕੇ ਆਦਰ ਕੀਤਾ, ਵਾਹਿਗੁਰੂ ਜੀ ਨੂੰ ਡੰਡੌਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜਬ ਆਇਵ। ਤੇ ਸਾਧ ਸੰਗਤ ਜਦੋਂ ਆਸਾ ਜੀ ਦੀ ਵਾਰ ਦਾ ਭੋਗ ਪਿਆ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮਾਲਕ ਸਤਿਗੁਰੂ ਜੀ ਦੀ, ਜਿਵੇਂ ਅੱਜ ਆਪਾਂ ਪਾਲਕੀ ਸਾਹਿਬ ਦੇ ਦਰਸ਼ਨ ਕਰਦੇ ਹਾਂ, ਇਸੇ ਤਰ੍ਹਾਂ ਉਸ ਵਕਤ ਜਿਹੜੀ ਮਰਿਆਦਾ ਸੀ ਸਤਿਗੁਰਾਂ ਦਾ ਪਾਵਨ ਸਰੂਪ ਲੈ ਕੇ ਆਉਣ ਦੀ, ਤੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਪਹੁੰਚੇ ਨੇ, ਸਗਰੇ ਉੱਠ ਸਨਮਾਨ ਵਧਾਇਵ। ਤੇ ਸਾਰਿਆਂ ਨੇ ਉੱਠ ਕੇ ਤੇ ਗੁਰੂ ਮਹਾਰਾਜ ਦਾ ਬਹੁਤਾ ਸਨਮਾਨ ਕਰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਕੀਤਾ। ਇਹ ਸਾਧ ਸੰਗਤ ਜ਼ਰੂਰੀ ਹੈ। ਰਹਿਤ ਮਰਿਆਦਾ ਵਿੱਚ ਤਾਂ ਇੰਜ ਵੀ ਬਚਨ ਹੈ ਵੀ ਭਾਵੇਂ ਪਹਿਲਾਂ ਵੀ ਪ੍ਰਕਾਸ਼ ਹੋਵੇ, ਪਰ ਜੇ ਸਤਿਗੁਰੂ ਕਿਤੋਂ ਦਰਸ਼ਨ ਦੇ ਕੇ ਅੰਮ੍ਰਿਤ ਬਾਣੀ ਦੀ ਸਮਾਪਤੀ ਤੋਂ ਬਾਅਦ ਆਪਣੇ ਨਿੱਜੀ ਅਸਥਾਨ ਤੇ ਪਹੁੰਚਦੇ ਤੇ ਬੈਠੀ ਹੋਈ ਸੰਗਤ ਉੱਠ ਕੇ ਸਤਿਗੁਰਾਂ ਦਾ ਆਦਰ ਕਰਨਾ ਚਾਹੀਦਾ। ਇਸੇ ਤਰ੍ਹਾਂ ਜਦੋਂ ਸਤਿਗੁਰੂ ਸ਼੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆਏ ਤੇ ਸਾਰਿਆਂ ਨੇ ਉੱਠ ਕੇ ਅੰਮ੍ਰਿਤ ਬਾਣੀ ਦੇ ਸਨਮਾਨ ਵਿੱਚ
ਸੀਸ ਝੁਕਾ ਕੇ ਨਮਸਕਾਰ ਕੀਤੀ। ਸ਼੍ਰੀ ਮੰਜੀ ਪਰ ਖੋਲਨ ਕੀਨ, ਜੋ ਸਤਿਗੁਰਾਂ ਦਾ ਤਖਤ ਸੁਭਾਏ ਮਾਨ ਸੀ ਸ੍ਰੀ ਮੰਜੀ ਸਾਹਿਬ, ਉਸ ਪਰ ਸਤਿਗੁਰਾਂ ਦਾ ਸਰੂਪ ਰੱਖ ਕੇ ਤੇ ਜਦੋਂ ਮੇਰੇ ਮਾਲਕ ਜੀ ਨੇ ਪ੍ਰਕਾਸ਼ ਕਰਨ ਦੀ ਆਗਿਆ ਕੀਤੀ, ਪਠਨ ਹੇਤ ਗੁਰ ਆਇਸ ਦੀਨ, ਆਇਸ ਕਹੀਏ ਆਗਿਆ ਨੂੰ ਸਤਿਗੁਰਾਂ ਨੇ ਆਗਿਆ ਦਿੱਤੀ ਕਿ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੀਏ ਤੇ ਅੰਮ੍ਰਿਤ ਬਾਣੀ ਦਾ ਪਾਠ ਕਰੋ, ਸੰਗਤਾਂ ਸਰਵਣ ਕਰਨਗੀਆਂ। ਇਹ ਗੁਰੂ ਅਰਜਨ ਦੇਵ ਜੀ ਨੇ ਆਗਿਆ ਕੀਤੀ। ਬ੍ਰਿਧ ਨੇ ਤਬ ਬਾਂਚੀ ਗੁਰਬਾਣੀ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦੀ ਆਗਿਆ ਦਾ ਪਾਲਣ ਕਰਦਿਆਂ ਉਸ ਵੇਲੇ ਅੰਮ੍ਰਿਤ ਗੁਰਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ। ਜਿਸ ਮਹਿ ਹੰਤਾ ਮਮਤਾ ਹਾਨੀ, ਭਾਵ ਜਿਸ ਨੂੰ ਆਪਾਂ ਸ਼੍ਰੀ ਮੁਖ ਵਾਕ ਕਹਿੰਨੇ, ਪਹਿਲਾ ਬਚਨ ਕਹਿੰਨੇ ਸ਼੍ਰੀ ਹੁਕਮਨਾਮਾ ਸਾਹਿਬ, ਉਹ ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹਿਆ ਜੀ ਉਸ ਦਿਨ, ਜਿਸ ਦਿਨ ਦਾ ਇਹ ਪ੍ਰਸੰਗ ਹੈ। ਤੋ ਮਾਂ ਕਵੀ ਜੀ ਕਹਿੰਦੇ ਨੇ ਜਿਹੜਾ ਸ਼ਬਦ ਗਾਇਆ ਗਿਆ ਉਸ ਸ਼ਬਦ ਵਿੱਚ ਹਉਮੈ ਮਮਤਾ ਮੈਂ ਮੇਰੀ, ਭਾਵ ਜਿੱਥੇ ਹਉਮੈ ਵੀ ਖਤਮ ਹੁੰਦੀ ਪੜ੍ਹ ਸੁਣ ਕੇ ਤੇ ਮੈਂ ਮੇਰੀ ਦਾ ਵੀ ਅਭਾਵ ਹੁੰਦਾ, ਖਤਮ ਹੁੰਦੀ ਹੈ। ਜਿੱਥੇ ਜਾ ਕੇ ਮਨੁੱਖ ਗੁਰੂ ਦੀ ਹਜ਼ੂਰੀ ਵਿੱਚ ਮਨ ਕਰਕੇ ਪਹੁੰਚ ਜਾਂਦਾ ਹੈ, ਉਹ ਸ਼ਬਦ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਨੂੰ ਸਰਵਣ ਕਰਾਇਆ। ਇਹ ਸ਼ਬਦ ਰਾਗ ਵਡਹੰਸ ਵਿੱਚ ਤੇ ਪੰਚਮ ਗੁਰਦੇਵ ਜੀ ਦੀ ਅੰਮ੍ਰਿਤ ਗੁਰਬਾਣੀ ਹੈ, ਉਸ ਵਿੱਚੋਂ ਸ਼ਬਦ ਆਇਆ ਜੋ ਬਾਬਾ ਬੁੱਢਾ ਸਾਹਿਬ ਜੀ ਨੇ ਸਰਵਣ ਕਰਵਾਇਆ ਜੀ। ਸ਼੍ਰੀ ਮੁਖ ਵਾਕ ਸ਼ੰਤ, ਸ੍ਰੀ ਮੁਖ ਵਾਕ ਤੋਂ ਭਾਵ ਸ੍ਰੀ ਸੁਭਾਏ ਮਾਨ ਮੁਖ ਤੋਂ ਧੰਨ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਅੰਮ੍ਰਿਤ ਗੁਰਬਾਣੀ। ਰਾਗ ਵਡਹੰਸ ਵਿੱਚ ਇਹ ਸ਼ਬਦ ਹੈ ਤੇ ਸ਼ੰਤ ਹੈ। ਗਰੀਬ ਨਵਾਜ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਫਿਰ ਬਾਬਾ ਬੁੱਢਾ ਜੀ ਨੇ ਗਾਇਨ ਕੀਤਾ। ਤਿਨ ਘੋਲ ਘੁਮਾਈ ਜਿਨ ਪ੍ਰਭ ਸ਼੍ਰਵਣੀ ਸੁਣਿਆ ਰਾਮ, ਇਹ ਸ਼ਬਦ ਦਾ ਅਰਥ ਸੀ ਵੀ ਭਾਈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਕੰਨਾਂ ਦੀ ਸਰੋਤ ਦੁਆਰਾ ਸਰਵਣ ਕੀਤਾ ਹੈ, ਗੁਰੂ ਸਾਹਿਬ ਦਾ ਹੁਕਮ ਹੈ ਵੀ ਮੈਂ ਉਹਨਾਂ ਤੋਂ ਸਦਕੇ ਜਾਂਦਾ, ਬਲਿਹਾਰ ਜਾਂਦਾ, ਕੁਰਬਾਨ ਜਾਂਦਾ ਹਾਂ, ਵਾਰਨੇ ਜਾਂਦਾ ਹਾਂ। ਭਾਈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਵਾਹਿਗੁਰੂ ਨਾਮ ਨੂੰ ਸਰਵਣ ਕੀਤਾ ਹੈ। ਸੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ, ਉਹ ਗੁਰਮੁਖ ਆਤਮਿਕ ਤੌਰ ਤੇ ਸੁਖੀ ਹੁੰਦੇ ਨੇ ਤੇ ਜਿਨ੍ਹਾਂ ਨੇ ਭਾਈ ਵਾਹਿਗੁਰੂ ਜੀ ਦਾ ਰਸਨਾ ਦੇ ਨਾਲ ਨਾਮ ਜਪਿਆ ਹੈ। ਪਹਿਲਾ ਬਚਨ ਸੀ ਕੰਨਾਂ ਨਾਲ ਸਰਵਣ ਕੀਤਾ। ਸਤਿਗੁਰੂ ਕਹਿੰਦੇ ਅਸੀਂ ਉਹਨਾਂ ਤੋਂ ਵੀ ਸਦਕੇ ਹਾਂ। ਤੇ ਹੁਣ ਅਗਲਾ ਬਚਨ ਹੈ ਵੀ ਉਹ ਜੀਵ ਆਤਮਿਕ ਤੌਰ ਤੇ ਸੁਖੀ ਹੋ ਜਾਂਦੇ ਨੇ ਜਿਨ੍ਹਾਂ ਨੇ ਆਪਣੀ ਰਸਨਾ ਦੇ ਨਾਲ ਸਾਧ ਸੰਗਤ ਪਰਿਪੂਰਨ ਪ੍ਰਮਾਤਮਾ ਦਾ ਨਾਮ ਜਪਿਆ ਹੈ। ਸੇ ਸਹਿਜ ਸੁਹੇਲੇ ਗੁਣ ਹੈ ਅੰਬੋਲੇ ਜਗਤ ਉਦਾਹਰਣ ਆਏ, ਉਹ ਗੁਰਮੁਖ ਆਤਮਿਕ ਤੌਰ ਤੇ ਸੁਖੀ ਨੇ। ਉਹ ਕੌਣ ਨੇ? ਜਿਹੜੇ ਅਮੋਲਕ ਪ੍ਰਭੂ ਦੇ ਗੁਣਾਂ ਨੂੰ ਗਾਇਨ ਕਰਦੇ ਨੇ ਤੇ ਉਹਨਾਂ ਦਾ ਭਾਈ ਜਗਤ ਵਿੱਚ ਉਧਾਰ ਹੋ ਜਾਂਦਾ ਹੈ। ਉਹ ਜੀਵਨ ਮੁਕਤ ਬਣ ਜਾਂਦੇ, ਤਰ ਜਾਂਦੇ ਨੇ ਜਿਹੜੇ ਆਤਮਿਕ ਤੌਰ ਤੇ ਸੁਖੀ ਰਹਿੰਦੇ ਆ ਤੇ ਪ੍ਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਨੇ। ਭੈ ਬੋਹਿਤ ਸਾਗਰ ਪ੍ਰਭ ਚਰਣਾ ਕੀਤੇ ਪਾਰ ਲੰਘਾਏ, ਜਿਹੜਾ ਭਵਜਲ ਹੈ ਨਾ, ਭੈਦਾਇਕ ਸਾਗਰ ਹੈ। ਪ੍ਰਭ ਚਰਨਾ, ਉਹ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ, ਗੁਰਬਾਣੀ ਨਾਲ ਜੁੜ ਕੇ ਆਪ ਵੀ ਜੀਵਨ ਮੁਕਤ ਹੁੰਦੇ ਤੇ ਆਪਣੀ ਸੰਗਤ ਵਿੱਚ ਆਉਣ ਵਾਲਿਆਂ ਨੂੰ ਵੀ ਜੀਵਨ ਮੁਕਤ ਬਣਾ ਦਿੰਦੇ। ਅਸੀਂ ਇੱਕ ਰੋਜ਼ ਬਚਨ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਭਾਈ ਮੁਖ ਉਜਲੇ ਹੁੰਦੇ ਨੇ। ਉਹ ਆਪਣੇ ਨਾਲ ਕਈਆਂ ਨੂੰ ਜੀਵਨ ਮੁਕਤ ਬਣਾ ਦਿੰਦੇ ਨੇ। ਗੁਰੂ ਕੇ ਪਿਆਰਿਆਂ ਦੀ ਸੰਗਤ ਵਿੱਚ ਬੈਠਣ ਵਾਲੇ, ਉਹ ਗੁਰੂ ਕੇ ਪਿਆਰੇ ਵੀ ਜੀਵਨ ਮੁਕਤ
ਤੇ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਜੀਵਨ ਮੁਕਤ ਬਣ ਜਾਂਦੇ ਨੇ। ਤੋ ਸਾਧ ਸੰਗਤ, ਮਾਂ ਕਵੀ ਜੀ ਨੇ ਬਚਨ ਅੱਜ ਕਿਹਾ ਹੈ, ਸਾਰਿਆਂ ਨੇ ਜਦੋਂ ਨਮਸਕਾਰ ਕੀਤੀ ਤੇ ਫਿਰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ, ਜਿਨ ਕਉ ਕਿਰਪਾ ਕਰੀ ਮੇਰੇ ਠਾਕੁਰ, ਤਿਨ ਕਾ ਲੇਖਾ ਨਾ ਗਣਿਆ। ਭੈ ਸਾਹਿਬ ਬੋਇਤ ਸਾਗਰ ਪ੍ਰਭ ਚਰਨਾ, ਉਹ ਕਈਆਂ ਨੂੰ ਜੀਵਨ ਮੁਕਤ ਬਣਾ ਦਿੰਦੇ ਨੇ। ਜੇ ਜਿਨ੍ਹਾਂ ਉੱਪਰ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ, ਮੇਰਾ ਵਾਹਿਗੁਰੂ ਮੇਰਾ ਮਾਲਕ ਕਿਰਪਾ ਕਰਦੇ ਨੇ, ਉਹਨਾਂ ਦਾ ਫਿਰ ਕੋਈ ਲੇਖਾ ਜੋਖਾ ਨਹੀਂ ਹੁੰਦਾ। ਭਾਵ ਤਿਨ ਕਾ ਲੇਖਾ ਨਾ ਗਣਿਆ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਹਨਾਂ ਦੇ ਕਰਮਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਰਹਿ ਜਾਂਦਾ, ਭਾਵ ਨਿਬੜ ਜਾਂਦਾ ਹੈ ਜਿਨ੍ਹਾਂ ਉੱਤੇ ਮੇਰੇ ਵਾਹਿਗੁਰੂ ਜੀ ਆਪਣੀ ਕਿਰਪਾ ਵਰਤਾ ਕੇ ਪਰਮਾਤਮਾ ਦਾ ਜਿਨ੍ਹਾਂ ਨੂੰ ਖਜ਼ਾਨੇ ਵਿੱਚੋਂ ਨਾਮ ਵਾਹਿਗੁਰੂ ਨਾਮ ਬਖਸ਼ ਦਿੰਦੇ ਹਨ। ਕਹੋ ਨਾਨਕ ਤਿਸ ਘੋਲ ਘੁਮਾਈ, ਜਿਨ ਪ੍ਰਭ ਸ਼ਰਵਣੀ ਸੁਣਿਆ। ਤੁਕਾ ਸਤਿਗੁਰੂ ਜੀ ਦਾ ਬਚਨ ਹੈ, ਕਹੋ ਨਾਨਕ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਤਿਸ ਘੋਲ ਕਮਾਈ, ਉਹਨਾਂ ਤੋਂ ਅਸੀਂ ਵਾਰਨੇ ਸਦਕੇ ਜਾਂਦੇ ਹਾਂ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਭਾਈ ਸਰਵਣ ਕੀਤਾ ਹੈ, ਸੁਣਿਆ ਹੈ, ਤੇ ਸੁਣ ਕੇ ਜਿੰਨਾ ਕਮਾਇਆ ਹੈ ਅਸੀਂ ਉਹਨਾਂ ਤੋਂ ਸਦਕੇ ਜਾਂਦੇ ਹਾਂ, ਵਾਰਨੇ ਜਾਂਦੇ ਹਾਂ। ਚਉਪਈ ਪਰਮੇਸ਼ਰ ਕੋ ਸੁਜਸ ਮਹਾਨਾ। ਜਦੋਂ ਇਹ ਗੁਰਵਾਕ ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਸੰਗਤ ਨੇ ਸਰਵਣ ਕੀਤਾ ਤੇ ਸੰਗਤ ਵਿੱਚ ਬੈਠੇ ਜਿਹੜੇ ਮੁਖੀ ਸਿੱਖ ਸਨ, ਕਮਾਈ ਵਾਲੇ ਗੁਰਸਿੱਖ, ਉਹ ਵੀ ਆਪਸ ਵਿੱਚ ਵਿਚਾਰਾਂ ਕਰਨ ਲੱਗੇ ਕਿ ਪਰਮੇਸ਼ਵਰ ਵਾਹਿਗੁਰੂ ਜੀ ਦਾ ਜਿਹੜਾ ਸੁਜਸ ਹੈ, ਭਾਵ ਸ੍ਰੇਸ਼ਟ ਜਸ ਹੈ, ਉਹ ਬੜਾ ਮਹਾਨ ਹੈ। ਕੈ ਸੰਤਨ ਕੋ ਕੀਨ ਬਖਾਨਾ। ਤੇ ਪਰਮੇਸ਼ਰ ਦੀ ਅੰਮ੍ਰਿਤ ਬਾਣੀ ਵਿੱਚ ਜਾਂ ਵਾਹਿਗੁਰੂ ਜੀ ਦਾ ਜਸ ਹੈ ਤੇ ਜਾਂ ਫਿਰ ਵਾਹਿਗੁਰੂ ਜੀ ਦੇ ਪਿਆਰਿਆਂ ਦਾ ਵੀ ਜਸ ਕੀਤਾ ਹੈ, ਜਿਹੜੇ ਆਪ ਨਾਮ ਜਪਦੇ ਤੇ ਹੋਰਨਾਂ ਨੂੰ ਜਪਣ ਦੀ ਪ੍ਰੇਰਨਾ ਕਰਦੇ ਨੇ। ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਦਰਸ਼ਨ ਕਰਦੇ ਹਾਂ। ਧੰਨ ਗੁਰੂ ਰਾਮਦਾਸ ਜੀ ਦਾ ਵੀ ਬਚਨ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਬਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ। ਇਸ ਤਰ੍ਹਾਂ ਵਡਿਆਈ ਕੀਤੀ ਗੁਰੂ ਰਾਮਦਾਸ ਜੀ ਨੇ ਤੇ ਅਖੀਰ ਤੇ ਬਚਨ ਕਿਹਾ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਤੋ ਕਵੀ ਜੀ ਨੇ ਵੀ ਬਿਆਨ ਕੀਤਾ ਵੀ ਜਿਹੜੀ ਸੰਗਤ ਤੇ ਗੁਰਸਿੱਖ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਜੇ ਸਨ, ਜਦੋਂ ਗੁਰੂ ਅਰਜਨ ਦੇਵ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਾਬਾ ਬੁੱਢਾ ਜੀ ਨੇ ਪਵਿੱਤਰ ਸ਼ਬਦ ਸੁਣਾਇਆ ਤੇ ਸੰਗਤ ਵਿੱਚੋਂ ਇਹ ਬਚਨ ਆਏ ਵੀ ਅੰਮ੍ਰਿਤ ਬਾਣੀ ਵਿੱਚ ਪ੍ਰਮਾਤਮਾ ਦੀ ਸ੍ਰੇਸ਼ਟ ਮਹਿਮਾ ਤੇ ਪ੍ਰਮਾਤਮਾ ਦੇ ਪਿਆਰਿਆਂ ਦੀ ਸ੍ਰੇਸ਼ਟ ਮਹਿਮਾ ਕਰਕੇ ਸਤਿਗੁਰੂ ਜੀ ਨੇ ਵਿਖਿਆਨ ਕੀਤਾ ਹੈ। ਅਦਕ ਨਮਰਤਾ ਤਜਨ ਹੰਕਾਰ। ਜਿਹੜੇ ਭਾਈ ਨਿਮਰਤਾ ਧਾਰਨ ਕਰਕੇ, ਵੱਡੀ ਨਿਮਰਤਾ ਧਾਰਨ ਕਰਕੇ ਤੇ ਆਪਣੇ ਹਉਮੈ ਹੰਕਾਰ ਨੂੰ ਪਾਸੇ ਕਰਦੇ ਨੇ, ਸਤਨਾਮ ਸਿਮਰਨ ਸੁਖ ਸਾਰ। ਤੇ ਜਿਹੜਾ ਸਤਨਾਮ ਵਾਹਿਗੁਰੂ ਸਿਮਰਨ ਹੈ, ਇਹ ਸਾਰੇ ਸੁੱਖ ਸ੍ਰੇਸ਼ਟ ਸੁੱਖ ਬਖਸ਼ਣ ਵਾਲਾ ਹੈ। ਸਾਰ ਦਾ ਅਰਥ ਹੁੰਦਾ ਸ੍ਰੇਸ਼ਟ ਸੁੱਖ, ਉਹ ਹੀ ਸ੍ਰੇਸ਼ਟ ਸੁੱਖ ਬਖਸ਼ਦਾ ਹੈ ਜਿਹੜੇ ਭਾਈ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਤੇ ਸਿਮਰਨ ਕਰਨ ਵਾਲੇ ਨਿਮਰਤਾ ਦੇ ਲੜ ਲੱਗ ਕੇ ਆਪਣੇ ਹਉਮੈ ਹੰਕਾਰ ਨੂੰ ਦੂਰ ਕਰ ਦਿੰਦੇ ਹਨ। ਕਾਮ ਕ੍ਰੋਧ ਆਦਿਕ ਕੋ ਤਿਆਗਨ। ਤੇ ਇਸ ਤਰ੍ਹਾਂ ਦੇ ਪਿਆਰ ਵਾਲੇ ਜਿਹੜੇ ਰੱਬੀ ਰੰਗ ਵਿੱਚ ਰੰਗੇ ਗੁਰਮੁਖ ਨੇ, ਉਹ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਨੇ
ਉਹਨਾਂ ਦਾ ਤਿਆਗ ਕਰ ਦਿੰਦੇ ਹਨ। ਸ਼੍ਰੀ ਭਗਵੰਤ ਭਗਤ ਕੋ ਲਾਗਨ, ਤੇ ਸ਼੍ਰੀ ਭਗਵੰਤ ਵਾਹਿਗੁਰੂ ਜੀ ਦੀ ਭਗਤੀ ਦੇ ਕਾਰਜ ਵਿੱਚ ਲੱਗ ਜਾਂਦੇ। ਦੂਜੇ ਹਉਮੈ ਹੰਕਾਰ ਦੀਆਂ ਪੰਡਾਂ ਚੁੱਕੀ ਫਿਰਦੇ, ਬੋਝ ਚੁੱਕੀ ਫਿਰਦੇ ਨੇ, ਪਰ ਪ੍ਰਮਾਤਮਾ ਦੇ ਪਿਆਰਿਆਂ ਦੀ ਵਡਿਆਈ ਕੀ ਹੈ? ਬੁਰੇ ਵਿਕਾਰਾਂ ਨੂੰ ਤਿਆਗ ਕੇ ਤੇ ਭਗਵੰਤ ਦੀ ਭਗਤੀ ਵਿੱਚ ਲੱਗ ਜਾਂਦੇ ਨੇ। ਬਹੁ ਬੈਰਾਗ ਜਗਤ ਤੇ ਕਰਬੋ, ਬਹੁ ਬੈਰਾਗ ਭਾਵ ਸਾਧ ਸੰਗਤ ਜਗਤ ਕੋ ਕਰਬੋ, ਉਹ ਬਹੁਤ ਵੱਡਾ ਜਿਹੜਾ ਵੈਰਾਗ ਹੈ ਜਗਤ ਤੋਂ ਕਰ ਲੈਂਦੇ ਹਨ। ਸੰਤਨ ਸੇਵਨ ਸ਼ਰਧਾ ਧਰਬੋ, ਤੇ ਸੰਤਾਂ ਨੂੰ ਜਿਹੜੇ ਰੱਬ ਨੂੰ ਯਾਦ ਕਰਨ ਵਾਲੇ ਗੁਰਮੁਖ ਨੇ, ਉਹਨਾਂ ਦੀ ਸੇਵਾ ਵਿੱਚ ਸ਼ਰਧਾ ਧਾਰਨ ਕਰਕੇ ਸੰਗਤ ਲੱਗ ਜਾਂਦੀ ਹੈ। ਜਿਸ ਤੇ ਉਧਰਹਿ ਜੀਵਨ ਜਾਲ, ਜਿਸ ਤੋਂ ਭਾਈ ਜੀਵਨ ਦਾ ਭਲਾ ਹੋ ਜਾਂਦਾ ਹੈ। ਸਾਧ ਸੰਗਤ ਜਿਸ ਤੋਂ ਜੀਵਨ ਦਾ ਉਧਾਰ ਹੋ ਜਾਂਦਾ, ਜੀਵਨ ਮੁਕਤ ਮਨੁੱਖ ਬਣ ਜਾਂਦਾ ਹੈ, ਜਿਹੜਾ ਰੱਬੀ ਪਿਆਰਿਆਂ ਤੇ ਪ੍ਰਮਾਤਮਾ ਦੇ ਨਾਮ ਵਾਹਿਗੁਰੂ ਨਾਮ ਉੱਤੇ ਆਪਣੀ ਸ਼ਰਧਾ ਧਾਰਨ ਕਰਦਾ ਹੈ, ਉਹ ਸਾਧ ਸੰਗਤ ਉਸ ਦੇ ਜੀਵਨ ਦਾ ਭਲਾ ਭਾਵ ਜੀਵਨ ਮੁਕਤ ਹੋ ਜਾਂਦਾ ਹੈ ਜੀ। ਆਸ ਜਹਾਜ ਕੀਨਸ ਕਲ ਕਾਲ, ਤੇ ਗੁਰਸਿੱਖ ਕਹਿਣ ਲੱਗੇ ਇਹ ਤਾਂ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਲਯੁਗ ਦੇ ਵਿੱਚ ਤਰਨ ਵਾਸਤੇ, ਇਸ ਸਮੇਂ ਤੇ ਤਰਨ ਵਾਸਤੇ ਇਹ ਸਤਿਗੁਰਾਂ ਨੇ ਬੋਹਿਤ ਜਹਾਜ਼, ਬੋਹਿਤ ਤਿਆਰ ਕੀਤਾ। ਧੰਨ ਗੁਰੂ ਅਮਰਦਾਸ ਜੀ ਨੇ ਬਚਨ ਕਿਹਾ ਸੀ, ਦੋਇਤਾ ਬਾਣੀ ਕਾ ਬੋਇਥਾ। ਧੰਨ ਗੁਰੂ ਅਰਜਨ ਦੇਵ ਜੀ ਨੂੰ ਅਜੇ ਛੋਟੀ ਜੀ ਅਵਸਥਾ ਹੈ, ਤੇ ਜਦੋਂ ਸਨਮਾਨਯੋਗ ਬੀਬੀ ਭਾਨੀ ਜੀ ਲੈ ਕੇ ਗਏ ਤੇ ਗੁਰੂ ਅਮਰਦਾਸ ਜੀ ਨੇ ਕਿਰਪਾ ਦੇ ਬਚਨ ਕਰਦਿਆਂ ਕਿਹਾ, ਦੋਹਿਤਾ ਬਾਣੀ ਕਾ ਬੋਇਥਾ। ਐਸੇ ਗਰੀਬ ਨਵਾਜ ਸਤਿਗੁਰਾਂ ਨੇ ਜੋ ਪਰ ਉਪਕਾਰ ਕੀਤਾ, ਤੇ ਗੁਰਸਿੱਖ ਕਹਿਣ ਲੱਗੇ ਇਹ ਤੇ ਬਹੁਤ ਵੱਡਾ ਜਹਾਜ਼ ਹੈ ਜੋ ਕਲਯੁਗ ਦੇ ਲੋਕਾਂ ਨੂੰ ਭਵ ਸਾਗਰ ਤੋਂ ਤਾਰਨ ਵਾਸਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਆਪਾਂ ਇਹ ਬਚਨ ਵੀ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨਹਾਰ। ਜੋ ਵੀ ਸ਼ਰਧਾ ਧਾਰ ਕੇ ਵਾਹਿਗੁਰੂ ਨਾਮ ਦੀ ਕਮਾਈ ਕਰੇਗਾ ਉਹ ਜੀਵਨ ਮੁਕਤ ਹੋਏਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਜਹਾਜ਼ ਨੇ, ਤੇ ਗੁਰੂ ਅਰਜਨ ਦੇਵ ਜੀ ਨੂੰ ਵੀ ਭੱਟ ਸਾਹਿਬਾਨ ਨੇ ਜਹਾਜ਼ ਸ਼ਬਦ ਨਾਲ ਸੰਬੋਧਨ ਕੀਤਾ। ਉਹ ਕਹਿੰਦੇ ਕਲਯੁਗ ਜਹਾਜ਼ ਅਰਜੁਨ ਗੁਰੂ, ਸਗਲ ਸ੍ਰਿਸ਼ਟ ਲਗ ਬਿਹਤਰੋ। ਗੁਰੂ ਅਰਜਨ ਦੇਵ ਵੀ ਕਲਯੁਗ ਦੇ ਜਹਾਜ਼ ਨੇ, ਤੇ ਉਹਨਾਂ ਐਸਾ ਬੋਇਥ ਤਿਆਰ ਕਰਕੇ ਦਿੱਤਾ, ਕਿਉਂਕਿ ਜਹਾਜ਼ ਵਿੱਚ ਤਾਂ ਸਾਧ ਸੰਗਤ ਗਿਣਤੀ ਦੇ ਲੋਕ ਬੈਠਦੇ ਆ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਜਿਤਨੀ ਵੀ ਸ੍ਰਿਸ਼ਟੀ ਲੱਗੇਗੀ ਸਾਰੀ ਜੀਵਨ ਮੁਕਤ ਹੋਵੇਗੀ, ਸਾਰੇ ਹੀ ਪਾਰ ਹੋਣਗੇ ਜਿਤਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਪਕੜਨਗੇ। ਸੁਨ ਮੋਹਨ ਦਾਤੂ ਤਬ ਸ਼ਰਾਉਨ, ਇਹ ਬਚਨ ਗੁਰਸਿੱਖਾਂ ਤੋਂ ਜਦੋਂ ਸਰਵਣ ਕੀਤੇ ਤੇ ਬਾਬਾ ਮੋਹਨ ਜੀ ਤੇ ਸਾਧ ਸੰਗਤ ਉਹ ਇਹ ਬਚਨ ਸੁਣ ਕੇ ਤੇ ਬਾਬਾ ਜੀ ਫਿਰ ਚੁੱਪ ਹੋ ਗਏ। ਦਾਤੂ ਜੀ ਧੰਨ ਗੁਰੂ ਅੰਗਦ ਸਾਹਿਬ ਦੇ ਸਪੁੱਤਰ ਬਾਬਾ ਦਾਤੂ ਜੀ ਤੇ ਧੰਨ ਗੁਰੂ ਅਮਰਦਾਸ ਜੀ ਦੇ ਸਾਹਿਬਜ਼ਾਦੇ ਬਾਬਾ ਮੋਹਨ ਜੀ, ਇਹ ਜਦੋਂ ਗੁਰਸਿੱਖਾਂ ਤੋਂ ਬਾਣੀ ਦੀ ਮਹਿਮਾ ਸੁਣੀ ਤੇ ਸਾਧ ਸੰਗਤ ਫਿਰ ਉਸ ਵਕਤ ਬਿਸਮਾਦ ਵਿੱਚ ਵੀ ਪਹੁੰਚ ਗਏ ਤੇ ਰਸਨਾ ਤੋਂ ਚੁੱਪ ਵੀ ਕਰ ਗਏ। ਭਰੇ ਹਰਖ ਕੁਛ ਠਾਨੀ ਮੌਨ, ਤੇ ਖੁਸ਼ੀ ਨਾਲ ਭਰ ਗਏ। ਇਹ ਅੰਮ੍ਰਿਤ ਬਚਨ ਜਦੋਂ ਸੁਣੇ, ਅੰਮ੍ਰਿਤ ਬਾਣੀ ਦੀ ਮਹਿਮਾ ਸੁਣੀ, ਤੇ ਕੁਝ ਸਮੇਂ ਵਾਸਤੇ ਸਾਧ ਸੰਗਤ ਫਿਰ ਮੌਨ ਹੋ ਗਏ, ਚੁੱਪ ਹੋ ਗਏ। ਬਹੁਰ ਸਰਾਹਨ ਲੱਗੇ ਵਿਸਾਲਾ, ਤੇ ਫਿਰ ਬਹੁਤ ਵੱਡੀ ਸਰਾਹਨਾ ਜਿਹਨੂੰ ਆਪਾਂ ਸਲੋਤਾ ਕਹਿੰਦੇ, ਸ਼ਲਾਘਾ ਕਹਿੰਦੇ, ਉਹ ਸਾਧ ਸੰਗਤ ਜਿੰਨੇ ਗੁਰਸਿੱਖ ਜੁੜੇ ਸਨ, ਜੁੜੇ ਹੋਏ ਗੁਰਸਿੱਖ ਵਿਸ਼ਾਲ ਰੂਪ ਵਿੱਚ ਗੁਰੂ ਘਰ ਦੀ ਸਲੋਤਾ ਕਰਨ ਲੱਗੇ। ਸੋਢੀ ਪੰਥ ਸੋ ਕੀਨ ਉਜਾਲਾ, ਧੰਨ ਗੁਰੂ ਅਰਜਨ ਦੇਵ ਦੀ ਸਿਫਤ ਸਲਾਹ ਕਰਦਿਆਂ ਗੁਰਸਿੱਖ ਇਕੱਠੇ ਹੋਏ ਨੇ, ਕਹਿਣ ਲੱਗੇ ਸੋਢੀ ਪਰਿਵਾਰ ਵਿੱਚ ਪੈਦਾ ਹੋਏ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ
ਜਿਨ੍ਹਾਂ ਨੇ ਇਸ ਪੰਥ ਨੂੰ, ਕਿਉਂਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜੋ ਨਿਰਮਲ ਪੰਥ ਹੈ ਉਸ ਨੂੰ ਬਹੁਤ ਉਜਾਲਾ ਕੀਤਾ ਹੈ, ਬਹੁਤ ਪ੍ਰਗਟ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਜੀ ਦੀ ਹਰਿਮੰਦਰ ਸਾਹਿਬ, ਜਿਸ ਦੇ 4 ਦਰਵਾਜ਼ੇ ਨੇ, ਸਰਬ ਸਾਂਝਾ ਕੇਂਦਰੀ ਅਸਥਾਨ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਜੋ ਸਾਧ ਸੰਗਤ ਅੰਮ੍ਰਿਤ ਗੁਰਬਾਣੀ ਦੀ ਰਚਨਾ ਕੀਤੀ ਗਈ, ਉਹ ਬਚਨ ਸਰਵਣ ਕਰਕੇ ਬਾਬਾ ਮੋਹਨ ਜੀ ਤੇ ਬਾਬਾ ਦਾਤੂ ਜੀ ਬਹੁਤ ਪ੍ਰਸੰਨ ਹੋਏ। ਦੋਨੋਂ ਕਰੇ ਮਹਾ ਉਪਕਾਰੇ। ਗੁਰਸਿੱਖ ਕਹਿਣ ਲੱਗੇ ਜਿਹੜੇ ਦੋਵੇਂ ਕਾਰਜ ਨੇ, ਹਰਿਮੰਦਰ ਸਾਹਿਬ ਦੀ ਦੇਣ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼, ਇਹ ਬਹੁਤ ਵੱਡੇ ਪਰ ਉਪਕਾਰ ਦੇ ਕਾਰਜ ਨੇ। ਇਹ ਗੁਰੂ ਅਰਜਨ ਦੇਵ ਜੀ ਨੇ ਦੋਨੇ ਕਾਰਜ ਕਰਕੇ ਤੇ ਬਹੁਤ ਵੱਡਾ ਪਰ ਉਪਕਾਰ ਕੀਤਾ ਹੈ। ਜਿਸ ਤੇ ਕਲ ਮੈਂ ਮੰਦ ਉਧਾਰੇ। ਜਿਸ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰਕੇ, ਅੰਮ੍ਰਿਤ ਬਾਣੀ ਪੜ੍ਹ ਕੇ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ, ਤੇ ਜਿਹੜੇ ਇਸ ਸਮੇਂ ਮੰਦ ਬੁੱਧੀ ਵਾਲੇ ਹੋਣਗੇ ਉਹਨਾਂ ਦਾ ਵੀ ਭਾਈ ਉਧਾਰ ਹੋਵੇਗਾ, ਤੇ ਚੰਗੀ ਬੁੱਧ ਵਾਲਿਆਂ ਨੂੰ ਹੋਰ ਵੱਡੀ ਬੁੱਧ ਪ੍ਰਾਪਤ ਹੋਵੇਗੀ। ਇੱਥੋਂ ਤੱਕ ਗੁਰਸਿੱਖ ਕਹਿਣ ਲੱਗੇ ਮੰਦ ਬੁੱਧੀ ਵਾਲੇ ਵੀ ਭਾਈ ਉਹ ਤਰ ਜਾਣਗੇ। ਧਨ ਬੈਠਬੋ ਗੁਰਤਾ ਗਾਦੀ। ਤੇ ਗੁਰਸਿੱਖ ਵਿਚਾਰ ਕਰਨ ਲੱਗੇ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਧੰਨ ਨੇ, ਜਿਨ੍ਹਾਂ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ, ਜਿਸ ਤੇ ਹੋਏ ਅਨਕ ਅਹਿਲਾਦੀ। ਜਿਨ੍ਹਾਂ ਤੋਂ ਬਹੁਤ ਖੁਸ਼ੀ ਦੇ ਵੱਡੇ ਕਾਰਜ ਹੋਏ ਨੇ, ਬਹੁਤ ਵੱਡੇ ਪਰ ਉਪਕਾਰ ਦੇ ਕਾਰਜ ਕੀਤੇ ਨੇ। ਇਹ ਜਦੋਂ ਤੋਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ। ਸਰਬ ਗੁਰਨ ਕੋ ਸੁਜਸ ਪ੍ਰਕਾਸ਼ਾ। ਇਹਨਾਂ ਨੇ ਪਹਿਲੇ ਗੁਰੂ ਸਾਹਿਬਾਨ ਜੀ ਦਾ ਵੀ ਸੋ ਜਸ, ਜਿਹੜਾ ਸ੍ਰੇਸ਼ਟ ਜਸ ਹੈ, ਉਸ ਦਾ ਪ੍ਰਕਾਸ਼ ਕੀਤਾ, ਉਸ ਨੂੰ ਪ੍ਰਗਟ ਕੀਤਾ ਹੈ। ਵਿਸਥਾਰਿਓ ਸਭ ਮੈਂ ਚਾਹੁ ਪਾਸਾ। ਤੇ ਚਾਰੇ ਪਾਸੇ ਗੁਰੂ ਸਾਹਿਬਾਨ ਦਾ ਜਸ ਦਾ ਇਹਨਾਂ ਵਿਸਥਾਰ ਕੀਤਾ। ਬਾਣੀ ਦੀ ਅੰਮ੍ਰਿਤ ਦੀ ਦਾਤ, ਜੋ ਅੰਮ੍ਰਿਤ ਰੂਪ ਬਾਣੀ ਦੀ ਦਾਤ ਹੈ, ਇਹ ਗੁਰੂ ਅਰਜਨ ਦੇਵ ਜੀ ਨੇ ਗੁਰਦੁਆਰਾ ਰਾਮਸਰ ਸਾਹਿਬ ਦੇ ਪਾਵਨ ਸਥਾਨ ਤੇ ਇਕੱਤਰ ਕਰਕੇ ਬਹੁਤ ਵੱਡਾ ਖਜ਼ਾਨਾ ਸਾਨੂੰ ਬਖਸ਼ਿਆ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਐਸਾ ਇਹ ਅਮੋਲਕ ਖਜ਼ਾਨਾ, ਅਮੁੱਕ ਖਜ਼ਾਨਾ ਹੈ। ਇਹ ਸਾਧ ਸੰਗਤ ਵਾਧਾ ਹੈ। ਜਿੰਨਾ ਵੀ ਆਪ ਜਪਾਂਗੇ, ਅੱਗੇ ਜਪਣ ਦੀ ਸਾਧ ਸੰਗਤ ਗੁਰਸਿੱਖ ਪ੍ਰਚਾਰ ਪ੍ਰਸਾਰ ਕਰਦਾ, ਉਹਨਾਂ ਖਜ਼ਾਨਾ ਵੱਧ ਹੈ। ਤੇ ਗੁਰਸਿੱਖ ਕਹਿਣ ਲੱਗੇ ਧੰਨ ਗੁਰੂ ਅਰਜਨ ਦੇਵ ਜਦੋਂ ਤੋਂ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ, ਉਹਨਾਂ ਅਨੇਕ ਪ੍ਰਕਾਰ ਦੇ ਖੁਸ਼ੀ ਦੇਣ ਵਾਲੇ ਕਾਰਜ ਕੀਤੇ ਨੇ। ਗੁਰਬਾਣੀ ਇਕੱਠੀ ਦਰਸਾਵੇ। ਇਹ ਵੀ ਵੱਡਾ ਪਰ ਉਪਕਾਰ ਹੈ ਕਿ ਅੰਮ੍ਰਿਤ ਗੁਰਬਾਣੀ ਇੱਕ ਥਾਂ ਤੇ ਇਕੱਠੀ ਕਰਕੇ, ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਦਰਸ਼ਨ ਅੰਮ੍ਰਿਤ ਗੁਰਬਾਣੀ ਦੇ ਇਕੱਠੇ ਹੀ ਕਰਵਾਏ ਨੇ। ਪੜ੍ਹੇ ਲਿਖੇ ਸਿੱਖ ਸਨੈ ਸੁਨਾਵੇ। ਤੇ ਗੁਰੂ ਅਰਜਨ ਦੇਵ ਕਿਰਪਾ ਕਰਨ, ਇਹ ਬਾਣੀ ਨੂੰ ਹੁਣ ਪੜ੍ਹਿਆ ਤੇ ਬਾਣੀ ਨੂੰ ਵੱਧ ਤੋਂ ਵੱਧ ਪੜ੍ਹਨਾ ਤੇ ਲਿਖਾਂ ਤੋਂ ਭਾਵ ਲਿਖ ਕੇ ਵੰਡਣਾ। ਕਿਉਂਕਿ ਗੁਰਸਿੱਖ ਜਦੋਂ ਮਸ਼ੀਨੀ ਯੁੱਗ ਨਹੀਂ ਸੀ, ਉਦੋਂ ਕਲਮ ਲੈ ਕੇ ਅੰਮ੍ਰਿਤ ਬਾਣੀ ਦੀਆਂ ਪੋਥੀਆਂ ਲਿਖ ਕੇ ਵੀ ਵੰਡਿਆ ਕਰਦੇ ਸਨ। ਤੋ ਸਾਧ ਸੰਗਤ ਸਿੱਖ ਸਨੈ ਸੁਨਾਵੇਂ, ਤੇ ਗੁਰਸਿੱਖਾਂ ਵਿੱਚ ਇਸ ਬਾਣੀ ਨੂੰ ਸੁਣਾਉਣਾ, ਪ੍ਰਚਾਰ ਪ੍ਰਸਾਰ ਕਰਨਾ, ਪੜ੍ਹ ਕੇ ਲਿਖ ਕੇ, ਤੇ ਗੁਰਸਿੱਖਾਂ ਵਿੱਚ ਦੀਵਾਨ ਵਿੱਚ ਇਸ ਅੰਮ੍ਰਿਤ ਬਾਣੀ ਨੂੰ ਸੁਣਾਉਣਾ। ਅਵਨੀ ਮੰਡਲ ਗਿਰ ਲਗ ਸਾਗਰ। ਤੇ ਅਵਨੀ ਹੁੰਦਾ ਧਰਤੀ, ਜੋ ਧਰਤੀ ਮੰਡਲ ਹੈ, ਤੇ ਗਿਰ ਦਾ ਅਰਥ ਹੁੰਦਾ ਪਹਾੜ। ਸਾਧ ਸੰਗਤ ਧਰਤੀ ਮੰਡਲ ਤੇ ਪਹਾੜਾਂ ਤੋਂ ਲੈ ਕੇ ਸਾਗਰ ਤੱਕ
ਪੁਰ ਪੁਰ ਘਰ ਘਰ ਹੋਏ ਉਜਾਗਰ। ਇਹ ਅੰਮ੍ਰਿਤ ਬਾਣੀ ਦੀ ਐਸੀ ਕਿਰਪਾ ਵਰਤੇਗੀ, ਹਰ ਥਾਂ ਥਾਂ ਤੇ ਘਰ ਘਰ ਵਿੱਚ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਹੋ ਜਾਵੇਗਾ। ਐਸੀ ਇਹ ਅੰਮ੍ਰਿਤ ਬਾਣੀ ਹੈ ਜਿਸ ਨੂੰ ਸੁਣ ਕੇ ਮਨ ਨੂੰ ਸਕੂਨ ਵੀ ਮਿਲੇਗਾ ਤੇ ਜੀਵਨ ਮੁਕਤੀ ਵੀ ਮਿਲੇਗੀ ਤੇ ਜੀਵਨ ਜਿਉਣ ਦੀ ਜਾਚ ਵੀ ਆਏਗੀ। ਗੁਰਸਿੱਖ ਕਹਿਣ ਲੱਗੇ ਪੁਰ ਪੁਰ ਵਿੱਚ, ਭਾਵ ਸ਼ਹਿਰ ਸ਼ਹਿਰ ਨਗਰ ਨਗਰ ਤੇ ਘਰ ਘਰ ਵਿੱਚ ਅੰਮ੍ਰਿਤ ਬਾਣੀ ਦਾ ਪ੍ਰਤਾਪ ਵਧੇਗਾ, ਪ੍ਰਗਟ ਹੋਵੇਗੀ। ਹਰ ਮੰਦਰ ਤੀਰਥ ਗੁਰ ਕੀਰੋ। ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਦੂਜਾ ਪਰ ਉਪਕਾਰ ਦਾ ਕਾਰਜ ਇਹ ਕਿ ਹਰਿਮੰਦਰ ਸਾਹਿਬ ਬਹੁਤ ਵੱਡਾ ਪਵਿੱਤਰ ਤੀਰਥ ਰਚ ਕੇ ਤੇ ਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਵਾਸਤੇ ਇਨ ਪ੍ਰਤਾਪ ਨਿਤ ਵਧੇ ਵਧੇਰੋ। ਤੇ ਹਰਿਮੰਦਰ ਸਾਹਿਬ ਜੀ ਦਾ ਪ੍ਰਤਾਪ ਵੀ ਇਹ ਨਿਤ ਪ੍ਰਤੀ ਨਿਤ ਵਧੇਗਾ। ਇੱਥੋਂ ਦਾ ਸਾਧ ਸੰਗਤ ਪ੍ਰਤਾਪ ਹਮੇਸ਼ਾ ਹੀ ਸਾਨੂੰ ਉਜਾਲਾ ਦੇਵੇਗਾ, ਚਾਨਣ ਦੇਵੇਗਾ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ, ਇਸ਼ਨਾਨ ਕਰਕੇ, ਅੰਮ੍ਰਿਤ ਬਾਣੀ ਸਰਵਣ ਕਰਕੇ ਤੇ ਗੁਰਸਿੱਖਾਂ ਨੂੰ ਸਕੂਨ ਮਿਲੇਗਾ, ਆਨੰਦ ਮਿਲੇਗਾ। ਗੁਰਸਿੱਖ ਬਚਨ ਕਰਦੇ ਨੇ ਹਰਿਮੰਦਰ ਸਾਹਿਬ ਬਹੁਤ ਵੱਡਾ ਗੁਰੂ ਮਹਾਰਾਜ ਨੇ ਪਵਿੱਤਰ ਤੀਰਥ ਰਚਿਆ ਤੇ ਇਸ ਦਾ ਦਿਨ ਪ੍ਰਤੀ ਦਿਨ ਪ੍ਰਤਾਪ ਵਧੇਗਾ। ਚੌਂ ਦਿਸ਼ ਕੇ ਨਰ ਸ਼ਰਧਾ ਧਰ ਧਰ। ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੌਵਾਂ ਪਾਸਿਆਂ ਤੋਂ ਜਿਹੜੇ ਗੁਰਮੁਖ ਗੁਰਸਿੱਖ ਸੰਗਤਾਂ ਨੇ ਉਹ ਸ਼ਰਧਾ ਧਾਰਨ ਕਰ ਕਰਕੇ ਨਿਰਮਲ ਹੋਏ ਸੋ ਮੱਜਨ ਕਰ ਕਰ। ਤੋ ਸਾਧ ਸੰਗਤ ਇਸ ਪਵਿੱਤਰ ਜੋ ਸਰੋਵਰ ਹੈ ਉਸ ਵਿੱਚ ਇਸ਼ਨਾਨ ਕਰਕੇ ਤੇ ਸੰਗਤਾਂ ਪਵਿੱਤਰ ਹੋਣਗੀਆਂ, ਨਿਰਮਲ ਹੋਣਗੀਆਂ। ਜੋ ਹਰਿਮੰਦਰ ਸਾਹਿਬ ਦੇ ਅੰਦਰ ਸ਼ਰਧਾ ਧਾਰਨ ਕਰੇਗਾ ਤੇ ਪਵਿੱਤਰ ਜੋ ਪਾਵਨ ਸਰੋਵਰ ਹੈ, ਜਦੋਂ ਵੀ ਕੋਈ ਇਸ ਵਿੱਚ ਇਸ਼ਨਾਨ ਕਰੇਗਾ ਤੇ ਇਸ਼ਨਾਨ ਕਰਨ ਵਾਲੇ ਪਵਿੱਤਰ ਹੋਣਗੇ। ਆਪਾਂ ਧੰਨ ਗੁਰੂ ਅਰਜਨ ਦੇਵ ਜੀ ਦਾ ਬਚਨ ਪੜ੍ਹਦੇ ਹਾਂ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁਲ ਤਰਾਵੇ ਉਧਾਰ ਹੁਆ ਹੈ ਜੀ ਕਾ। ਐਸੀ ਗਰੀਬ ਨਵਾਜ ਦੀ ਕਿਰਪਾ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੇ ਜਿਸ ਪਾਵਨ ਸਰੋਵਰ ਦੇ ਐਨ ਵਿਚਕਾਰ ਸ਼੍ਰੀ ਹਰਿਮੰਦਰ ਸਾਹਿਬ ਹੈ ਤੇ ਸਾਧ ਸੰਗਤ ਸਰੋਵਰ ਦੇ ਵਿੱਚ ਕਾਇਮ ਕੀਤਾ। ਇੱਥੇ ਇਸ਼ਨਾਨ ਕਰਨ ਵਾਲਿਆਂ ਦੇ ਚੜ੍ਹਦੀ ਕਲਾ ਮਿਲੇਗੀ ਤੇ ਸਾਧ ਸੰਗਤ ਚੌਂ ਪਾਸਿਆਂ ਤੋਂ ਹੀ ਗੁਰਮੁਖ ਪਹੁੰਚ ਕੇ ਇਸ਼ਨਾਨ ਕਰਕੇ ਪਵਿੱਤਰ ਹੋਣਗੇ। ਸ਼੍ਰੀ ਅਰਜਨ ਪੁਨ ਭੰਨਿਓ ਸੁਨਾਇਓ। ਤੇ ਜਦੋਂ ਗੁਰਸਿੱਖਾਂ ਪਾਸੋਂ ਇਹ ਬਚਨ ਗੁਰੂ ਅਰਜਨ ਦੇਵ ਜੀ ਨੇ ਸੁਣੇ ਤੇ ਸੁਣ ਕਰਕੇ ਮਾਲਕ ਸਤਿਗੁਰੂ ਕੀ ਕਹਿੰਦੇ ਨੇ, ਕਵੀ ਜੀ ਦੱਸਦੇ ਨੇ, ਕਿਰਪਾ ਤੁਮਾਰੀ ਤੇ ਬਨ ਆਇਓ। ਸਤਿਗੁਰੂ ਕਹਿਣ ਲੱਗੇ ਗੁਰਸਿੱਖੋ, ਤੁਸੀਂ ਗੁਰਸਿੱਖੀ ਦੇ ਪ੍ਰਚਾਰਕ ਜੇ। ਇਹ ਅਕਾਲ ਪੁਰਖ ਦੀ ਮਹਿਮਾ ਵਰਤੀ ਹੈ। ਇਹ ਸਾਰਾ ਕੁਝ ਅਕਾਲ ਪੁਰਖ ਦੀ ਮਹਿਮਾ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਤੇ ਹੀ ਇਹ ਬਨ ਆਇਆ ਹੈ। ਭਾਈ 71 ਸਕਲ ਗੁਰਬਾਣੀ। ਜਿਹੜੀ 71 ਸਾਰੀ ਗੁਰਬਾਣੀ 71 ਕਰਵਾਈ ਹੈ। ਅੰਮ੍ਰਿਤ ਗੁਰਬਾਣੀ ਦਾ ਸੰਗ੍ਰਹਿ ਤਿਆਰ ਕਰਵਾਇਆ ਹੈ ਜੀ। ਸਿਰਜਿਓ ਤੀਰਥ ਕਲਮਲ ਹਾਨੀ। ਤੇ ਇਹ ਪਵਿੱਤਰ ਤੀਰਥ ਦੀ ਰਚਨਾ ਕੀਤੀ ਹੈ ਪਾਪ ਦੂਰ ਕਰਨ ਵਾਸਤੇ, ਬੁਰਾਈਆਂ ਦੂਰ ਕਰਨ ਵਾਸਤੇ। ਇਹ ਤੇ ਗੁਰਸਿੱਖੋ ਅਕਾਲ ਪੁਰਖ ਦੀ ਕਿਰਪਾ ਵਰਤੀ, ਬੰਦਗੀ ਵਾਲਿਆਂ ਦੀ ਅਰਦਾਸ ਪੂਰੀ ਹੋਈ ਤੇ ਮਾਲਕ ਨੇ ਆਪ ਕਿਰਪਾ ਕਰਕੇ ਸੇਵਾ ਲਈ ਹੈ। ਗੁਰ ਸਿੱਖਨ ਕੋ ਭਇਓ ਆਧਾਰਾ। ਤੇ ਗਰੀਬ ਨਵਾਜ ਸਤਿਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਗੁਰਸਿੱਖਾਂ ਦੇ ਇਹ ਭਲੇ ਦਾ ਆਧਾਰ ਹੈ। ਗੁਰਸਿੱਖਾਂ ਦਾ ਇੱਥੇ ਆਧਾਰ ਹੋਇਆ ਕਰੇਗਾ। ਇਹ ਆਧਾਰ ਵਾਸਤੇ ਮੇਰੇ ਮਾਲਕ ਨੇ ਕਾਰਜ ਕਰਵਾਇਆ ਸ਼੍ਰੀ ਹਰਿਮੰਦਰ ਸਾਹਿਬ ਦਾ ਤੇ ਅੰਮ੍ਰਿਤ ਪਵਿੱਤਰ ਬਾਣੀ ਦੀ 71ਤਾਈ ਦਾ ਜੋ 71 ਹੋਈ ਹੈ ਅੰਮ੍ਰਿਤ ਬਾਣੀ। ਇਹ ਕਾਰਜ ਤਾਂ ਗੁਰਸਿੱਖਾਂ ਦੇ ਭਲੇ ਵਾਸਤੇ
ਤੇ ਗੁਰਸਿੱਖਾਂ ਵਾਸਤੇ ਸਤਿਗੁਰੂ ਜੀ ਨੇ ਆਧਾਰ ਕਰਨ ਵਾਸਤੇ ਕਿਰਪਾ ਵਰਤਾਈ ਹੈ। ਉਹੇ ਭਵਿੱਖਿਅਤ ਵਿਖੈ ਅਪਾਰ। ਤੇ ਗਰੀਬ ਨਵਾਜ ਸਤਿਗੁਰੂ ਕਹਿਣ ਲੱਗੇ ਕਿ ਭਵਿੱਖ ਵਿੱਚ ਭਾਈ ਇਹ ਬੜੀ ਕਿਰਪਾ ਵਰਤੇਗੀ, ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਕਿਰਪਾ ਵਰਤੀ ਦੀ ਰਹੇਗੀ ਤੇ ਸਦਾ ਵਰਤੇਗੀ। ਮਿਟੇ ਨਾ ਸਿੱਖੀ ਇਨਹੋ ਅਲੰਬ। ਇਹ ਜੋ ਸਿੱਖੀ ਦੀ ਦਾਤ ਤੁਹਾਨੂੰ ਬਖਸ਼ੀ ਹੈ, ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋਈ ਹੈ, ਇਹ ਸਿੱਖੀ ਦੀ ਦਾਤ ਨੂੰ ਕੋਈ ਦੁਨੀਆ ਦੀ ਤਾਕਤ ਮਿਟਾ ਨਹੀਂ ਸਕੇਗੀ। ਕਿਉਂ? ਕਿਉਂਕਿ ਸਿੱਖਾਂ ਕੋਲ ਦੋ ਵੱਡੇ ਸਾਧ ਸੰਗਤ ਅੰਮ੍ਰਿਤ ਸਰੋਵਰ ਕਹਿ ਲਓ, ਇੱਕ ਤਾਂ ਅੰਮ੍ਰਿਤ ਬਾਣੀ ਦਾ ਪਾਵਨ ਸਰੋਵਰ ਤੇ ਇੱਕ ਸ਼੍ਰੀ ਹਰਿਮੰਦਰ ਸਾਹਿਬ ਦਾ ਜੋ ਪਵਿੱਤਰ ਸਰੋਵਰ ਹੈ, ਸ਼੍ਰੀ ਹਰਿਮੰਦਰ ਸਾਹਿਬ ਹੈ। ਇਹਨਾਂ ਦੇ ਪ੍ਰਤਾਪ ਕਰਕੇ ਗੁਰਸਿੱਖੀ ਦਾ ਪ੍ਰਤਾਪ ਵਧੇਗਾ। ਕੋਈ ਬੰਦਾ ਸਿੱਖੀ ਨੂੰ ਘਟਾਏਗਾ ਨਹੀਂ। ਇਹ ਤਾਂ ਭਾਵੇਂ ਅੱਗ ਵਿੱਚ ਕਠਾਲੀ ਵਿੱਚ ਪੈ ਕੇ ਵੀ ਸਿੱਖੀ ਸਦਾ ਹੋਰ ਚਮਕੇਗੀ, ਚਮਕਦੀ ਰਹੇਗੀ। ਸ਼੍ਰੀ ਹਰਿਮੰਦਰ ਸਾਹਿਬ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਿੱਖੀ ਦੀ ਛਾਣ ਨੂੰ ਸਦਾ ਚਮਕਾਏਗੀ। ਗੁਰ ਕੋ ਮਾਨਹਿ ਸਦਾ ਕਦੰਬ। ਤੇ ਭਾਈ ਦੂਜਾ ਹੁਕਮ ਹੈ ਵੀ ਗੁਰੂ ਬਚਨਾਂ ਨੂੰ ਆਪਾਂ ਸਦਾ ਵਾਸਤੇ ਮੰਨਣਾ ਹੈ। ਸਦਾ ਹੀ ਗੁਰੂ ਦੇ ਬਚਨਾਂ ਦਾ ਧਿਆਨ ਧਰ ਕੇ ਸਤ ਬਚਨ ਕਹਿ ਕੇ ਇਹ ਬਚਨ ਪ੍ਰਵਾਨ ਕਰਨੇ ਹਨ। ਜੋ ਨਰ ਹਿਤ ਧਰ ਸੁਨੇ ਸੁਨਾਵੈ। ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਹੋਰ ਕਿਰਪਾ ਵਰਤਾਂਦਿਆਂ ਬਚਨ ਕਿਹਾ, ਜਿਹੜਾ ਵੀ ਜੀਵ ਹਿਤ ਧਾਰ ਕੇ ਗੁਰੂ ਨਾਲ ਪ੍ਰੇਮ ਧਾਰ ਕੇ ਅੰਮ੍ਰਿਤ ਬਾਣੀ ਨੂੰ ਸੁਣੇਗਾ ਤੇ ਅੰਮ੍ਰਿਤ ਬਾਣੀ ਨੂੰ ਜਿਹੜਾ ਵੀ ਪਿਆਰ ਧਾਰਨ ਕਰਕੇ ਸੁਣਾਵੇਗਾ, ਜਨਮ ਮਰਨ ਤਿਨ ਕੋ ਛੁਟ ਜਾਵੇ। ਉਸ ਦਾ ਸੁਣਨ ਵਾਲੇ ਦਾ ਤੇ ਸੁਣਾਉਣ ਵਾਲੇ ਦਾ ਜਿਹੜਾ ਜਨਮ ਮਰਨ ਦਾ ਦੁੱਖ ਹੈ ਇਹ ਛੁੱਟ ਜਾਵੇਗਾ, ਭਾਵ ਮੁੱਕ ਜਾਵੇਗਾ। ਇਹ ਆਪਾਂ ਅੰਮ੍ਰਿਤ ਬਚਨ ਬਾਣੀ ਵਿੱਚੋਂ ਵੀ ਪੜ੍ਹਦੇ ਹਾਂ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਜਿਹੜਾ ਗੁਰੂ ਦਾ ਦਰਸ਼ਨ ਕਰੇਗਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਦਰਸ਼ਨ ਕਰੇਗਾ, ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇਗਾ, ਉਹਨਾਂ ਦਾ ਜਨਮ ਮਰਨ ਦਾ ਦੁੱਖ ਇਹ ਮੁੱਕ ਜਾਵੇਗਾ। ਇਹ ਬਚਨ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਰਚਨਾ ਰਚੀ ਜਦੋਂ ਕਿਆ ਧੰਨ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਪਵਿੱਤਰ ਇਹ ਵਾਕ ਹੈ। ਤੇ ਗੁਰਸਿੱਖਾਂ ਨੂੰ ਇਹ ਗੁਰੂ ਕੇ ਬਚਨ ਜਾਣ ਕੇ ਭਾਈ ਇਹਨਾਂ ਉੱਤੇ ਬਚਨਾਂ ਉੱਤੇ ਅਮਲ ਕਰਨਾ ਚਾਹੀਦਾ ਹੈ। ਮਹਾ ਮਹਾਤਮ ਹੈ ਗੁਰਬਾਣੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖੋ ਅੰਮ੍ਰਿਤ ਗੁਰਬਾਣੀ ਦੀ ਬਹੁਤ ਵੱਡੀ ਵਡਿਆਈ। ਮਹਾ ਦਾ ਅਰਥ ਹੈ ਵੱਡਾ ਜਾਂ ਵੱਡੀ, ਮਹਾਤਮ ਦਾ ਅਰਥ ਹੈ ਵਡਿਆਈ। ਅੰਮ੍ਰਿਤ ਗੁਰਬਾਣੀ ਦੀ ਵਡਿਆਈ ਬਹੁਤ ਵੱਡੀ ਹੈ। ਤਜੇ ਕਸ਼ਟ ਕੋ ਲੱਖੋ ਪ੍ਰਾਨੀ। ਜਿਹੜੇ ਵੀ ਲੱਖਾਂ ਜੀਵ ਇਸ ਅੰਮ੍ਰਿਤ ਗੁਰਬਾਣੀ ਅੱਗੇ ਸਿਰ ਝੁਕਾਉਣਗੇ, ਉਹਨਾਂ ਦੇ ਜਿਹੜੇ ਦੁੱਖ ਕਸ਼ਟ ਕਲੇਸ਼ ਨੇ ਉਹ ਸਾਧ ਸੰਗਤ ਤੱਜ ਜਾਣਗੇ, ਕਲੇਸ਼ ਉਹਨਾਂ ਦੇ ਕੋਲੋਂ ਭੱਜ ਜਾਣਗੇ, ਬੁਰਾਈਆਂ ਉਹਨਾਂ ਦਾ ਸਾਥ ਛੱਡ ਜਾਣਗੀਆਂ। ਜਿਹੜੇ ਲੱਖਾਂ ਪ੍ਰਾਨੀ ਅਣਗਿਣਤ ਜੀਵ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨਗੇ। ਸੁਨ ਗੁਰਮੁਖ ਤੇ ਹਰਖੇ ਸਾਰੇ। ਇਹ ਬਚਨ ਜਦੋਂ ਸਾਰਿਆਂ ਨੇ ਧੰਨ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਰਸਨਾ ਤੋਂ ਸੁਣੇ ਤੇ ਸੁਣ ਕਰਕੇ ਸਾਰਿਆਂ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ, ਬਹੁਤ ਪ੍ਰਸੰਨ ਹੋਏ ਗੁਰਸਿੱਖ। ਕਰੇ ਸਰਾਹਨ ਸੁਜਸ ਉਚਾਰੇ। ਤੇ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਕੀਤੇ ਪਰ ਉਪਕਾਰਾਂ ਦੀ ਸੰਗਤ ਨੇ ਸਰਾਹਨਾ ਕੀਤੀ, ਸਲਾਹਨਾ ਕੀਤੀ ਤੇ ਸ੍ਰੇਸ਼ਟ ਜਸ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕਰਨ ਲੱਗੇ। ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਇਸ ਤਰ੍ਹਾਂ ਕਹਿ ਕੇ ਮਾਲਕ ਦੀ ਵਡਿਆਈ ਕਰਨ ਲੱਗੇ ਜੀ। ਜਾਮ ਦਿਵਸ ਤਹ ਬੈਠੇ ਆਇਓ। ਤੋ ਸਾਧ ਸੰਗਤ ਜਦੋਂ ਜਾਮ ਹੁੰਦੇ ਪੈਰ, ਦਿਨ ਦੇ ਪੈਰ ਬੈਠੇ ਸਨ ਤੇ ਜਦੋਂ
ਭਾਵ ਦਿਨ ਦਾ ਪਹਿਲਾ ਪਹਿਰ ਆਇਆ ਜੀ। ਪੁਨ ਸਭ ਹਿਨ ਤਹਿ ਸੀਸ ਨਿਵਾਇਓ। ਤੇ ਫਿਰ ਜਦੋਂ ਦਿਨ ਦਾ ਚੜ੍ਹਾਅ ਹੋਇਆ, ਭਾਵ ਦਿਨ ਦਾ ਪਹਿਲਾ ਪਹਿਰ ਆਇਆ, ਅਜੇ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ ਤੇ ਗੁਰੂ ਜੀ ਨੇ ਆਗਿਆ ਕੀਤੀ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਸ਼੍ਰੀ ਮੁਖ ਵਾਕ ਸੁਣਾਇਆ। ਤੇ ਹੁਣ ਦਿਨ ਦਾ ਪਹਿਲਾ ਪਹਿਰ ਸ਼ੁਰੂ ਹੁੰਦਾ, ਕਿਉਂਕਿ ਦਿਨ ਦੇ ਵੀ 4 ਪਹਿਰ ਨੇ ਤੇ ਰਾਤ ਦੇ ਵੀ 4 ਪਹਿਰ, ਦਿਨ ਤੇ ਰਾਤ ਦੇ 8 ਪਹਿਰ ਬਣਦੇ ਨੇ। ਤੋ ਜਦੋਂ ਦਿਨ ਦਾ ਪਹਿਲਾ ਪਹਿਰ ਸ਼ੁਰੂ ਹੋਇਆ ਸਾਧ ਸੰਗਤ, ਉਸ ਵਕਤ ਗੁਰਸਿੱਖ ਸੰਗਤਾਂ ਗੁਰੂ ਜੀ ਸਮੇਤ ਉਠ ਗਮਨੇ ਪਰ ਦਛਨਾ ਧਾਰੇ। ਤੇ ਹਰਮੰਦਰ ਸਾਹਿਬ ਵਿੱਚੋਂ ਸੀਸ ਨਵਾ ਕੇ ਸਾਧ ਸੰਗਤ ਅੰਮ੍ਰਿਤ ਗੁਰਬਾਣੀ ਨੂੰ ਸੀਸ ਝੁਕਾ ਕੇ ਤੇ ਉੱਠ ਕੇ ਗਮਣੇ ਹੁੰਦਾ ਜਾਣਾ। ਫਿਰ ਪ੍ਰਦਛਨਾ ਧਾਰੇ, ਭਾਵ ਪ੍ਰਕਰਮਾ। ਸਾਧ ਸੰਗਤ ਪ੍ਰਦਖਣਾ ਵੀ ਜਿਸ ਨੂੰ ਆਪਾਂ ਕਹਿੰਦੇ ਆ, ਪ੍ਰਕੰਮਿਆਂ ਵੀ ਕਹਿੰਦੇ ਨੇ, ਕਈ ਨਾਮ ਨੇ। ਤੇ ਉੱਠ ਕਰਕੇ ਗੁਰਸਿੱਖ ਪੰਗਤਾਂ ਵੇ ਆਪਣੀ ਪ੍ਰਕਰਮਾਂ ਵਿੱਚ ਆਏ ਨੇ। ਲੀਨੇ ਸੰਗ ਆਪਨੇ ਸਾਰੇ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਅੰਮ੍ਰਿਤ ਗੁਰਬਾਣੀ ਨੂੰ ਸੀਸ ਝੁਕਾ ਕੇ ਦਰਸ਼ਨ ਕਰਕੇ ਹਰਮੰਦਰ ਸਾਹਿਬ ਤੋਂ ਬਾਹਰ ਆਏ ਨੇ ਪ੍ਰਕਰਮਾਂ ਵਿੱਚ, ਤੇ ਆਪਣੇ ਨਾਲ ਜਿੰਨੇ ਸਿੱਖ ਸੇਵਕ ਲਏ ਨੇ। ਬਹੁਰੋ ਵਹਿਰ ਪ੍ਰਕਰਮਾ ਫਿਰੇ। ਫਿਰ ਜਿਹੜੀਆਂ ਬਾਹਰ ਦੀਆਂ ਪ੍ਰਕਰਮਾਂ ਨੇ ਉਹਨਾਂ ਵਿੱਚ ਆਏ ਨੇ। ਪੌਰ ਦਰਸ਼ਨੀ ਬੰਧਨ ਕਰੇ। ਤੇ ਜਦੋਂ ਸਤਿਗੁਰੂ ਪੌਰ ਦਰਸ਼ਨੀ ਡਿਓੜੀ ਤੇ ਆਏ ਤੇ ਫਿਰ ਮਾਲਕ ਜੀ ਦੇ ਨਾਲ ਗੁਰਸਿੱਖ ਸੰਗਤਾਂ ਨੇ ਬੰਦਨਾ ਕਰੇ ਤੇ ਫਿਰ ਬੰਦਨਾ ਕੀਤੀ। ਤਹਿ ਤੇ ਚਲ ਨਿਜ ਘਰ ਕੋ ਆਏ। ਤੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰੂ ਜੀ ਸਮੇਤ ਗੁਰਸਿੱਖ ਸੰਗਤਾਂ ਘਰ ਵਿੱਚ ਆਏ। ਇੱਥੇ ਘਰ ਦਾ ਅਰਥ ਕਰਾਂਗੇ ਗੁਰਦੁਆਰਾ ਅੱਜ ਜਿੱਥੇ ਬਣਿਆ ਗੁਰੂ ਕੇ ਮਹਿਲ, ਕਿਉਂਕਿ ਗੁਰੂ ਕੇ ਮਹਿਲ ਹੀ ਗੁਰੂ ਜੀ ਦਾ ਘਰ ਹੈ। ਤੇ ਹਰਿਮੰਦਰ ਸਾਹਿਬ ਤੋਂ ਚੱਲ ਕੇ ਧੰਨ ਗੁਰੂ ਅਰਜਨ ਦੇਵ ਜੀ ਗੁਰੂ ਕੇ ਮਹਿਲ ਆਏ ਨੇ। ਮੋਹਨ ਆਦ ਸੰਗ ਸਮੁਦਾਏ। ਬਾਬਾ ਮੋਹਨ ਜੀ ਤੇ ਆਦਿਕ ਹੋਰ ਜਿਹੜੇ ਗੁਰਸਿੱਖ ਸੰਗਤਾਂ ਨੇ ਉਹ ਵੀ ਨਾਲ ਗੁਰੂ ਕੇ ਮਹਿਲਾਂ ਵਿੱਚ ਪਹੁੰਚੇ ਨੇ। ਥਾਨ ਬੈਠ ਬੇ ਕੋ ਤਹ ਗਏ। ਤੇ ਸਾਧ ਸੰਗਤ ਕੁਝ ਵਿਚਾਰਾਂ ਕਰਨ ਵਾਸਤੇ ਬਾਬਾ ਮੋਹਨ ਜੀ ਤੇ ਹੋਰ ਗੁਰਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਕੋਲ ਉਸ ਥਾਂ ਤੇ ਕੋਈ ਬਚਨ ਬਿਲਾਸ ਕਰਨ ਵਾਸਤੇ ਬੈਠ ਗਏ। ਸਰਬ ਜਥੋਚਿਤ ਥਲ ਥਿਰ ਭਏ। ਤੇ ਜਿੰਨਾ ਚਿਰ ਕਿਸੇ ਦਾ ਚਿੱਤ ਸੀ, ਵਿਚਾਰ ਸੀ ਬੈਠਣ ਦੀ, ਸਰਬ ਜਥੋ ਸਾਧ ਸੰਗਤ ਚਿੱਤ ਥਲ ਵਿਰਪੈ, ਸਾਰੇ ਹੀ ਉਸ ਥਾਂ ਤੇ ਉਹਨਾਂ ਸਮਾਂ ਬੈਠੇ ਬਚਨ ਬਿਲਾਸ ਕਰਨ ਵਾਸਤੇ ਜੀ। ਬਹੁ ਸਵਾਦਨ ਜੁਤ ਬਨਿਓ ਆਹਾਰਾ। ਤੇ ਫਿਰ ਜਿਹੜਾ ਸਵਾਦੀ ਗੁਰੂ ਕਾ ਲੰਗਰ ਬਣਿਆ ਸੀ, ਭੋਜਨ ਬਣਿਆ, ਸਾਧ ਸੰਗਤ ਸਵਾਦ ਸਹਿਤ ਸਕਣ ਵਾਲੀ ਜਿੰਨਾ ਵੀ ਲੰਗਰ ਤਿਆਰ ਹੋਇਆ ਜੀ। ਧਰ ਧਰ ਥਾਰ ਸਭਨ ਕਹੋ ਖੁਆਰਾ। ਤੇ ਸਾਰਿਆਂ ਅੱਗੇ ਥਾਲ ਰੱਖ ਕੇ ਤੇ ਸਾਰਿਆਂ ਨੂੰ ਸਤਿਗੁਰਾਂ ਕਿਹਾ, ਭਾਈ ਜਿੰਨੀ ਲੋੜ ਹੈ ਉਹਦੇ ਮੁਤਾਬਕ ਸਾਰੇ ਭੋਜਨ ਛਕੋ। ਕ੍ਰਿਸ਼ਨ ਚੰਦ ਆਦਿਕ ਤ੍ਰਿਪਤਾਏ। ਕ੍ਰਿਸ਼ਨ ਚੰਦ ਇੱਥੇ ਮਾਤਾ ਗੰਗਾ ਜੀ ਦੇ ਪਿਤਾ ਜੀ ਦਾ ਨਾਮ ਹੈ, ਕਿਉਂਕਿ ਮਾਤਾ ਗੰਗਾ ਜੀ ਦੇ ਪਿਤਾ ਜੀ ਬਾਬਾ ਕ੍ਰਿਸ਼ਨ ਚੰਦ ਜੀ ਤੇ ਮਾਤਾ ਜੀ ਦਾ ਨਾਮ ਸੀ ਧਨਵੰਤੀ। ਇੱਥੇ ਕਵੀ ਜੀ ਨੇ ਬਾਬਾ ਜੀ ਦਾ ਜ਼ਿਕਰ ਕੀਤਾ, ਅੱਗੇ ਉਹ ਕਰਨਗੇ। ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਨਕੇ ਨੇ ਉਹਨਾਂ ਨੂੰ ਵੀ ਭੋਜਨ ਛਕਾ ਕੇ ਤੇ ਤ੍ਰਿਪਤ ਕੀਤਾ। ਮਹਾਦੇਵ ਪੁਨ ਚੱਲ ਕਰ ਆਏ। ਤੇ ਉਸ ਥਾਂ ਤੇ ਫਿਰ ਧੰਨ ਗੁਰੂ ਅਰਜਨ ਦੇਵ ਜੀ ਦੇ ਭਰਾਤਾ ਜੀ ਬਾਬਾ ਮਹਾਦੇਵ ਜੀ ਵੀ ਚੱਲ ਕਰਕੇ ਆਏ ਨੇ। ਮਿਲ ਬੈਠੇ ਸਗਰੇ ਇੱਕ ਥਾਨਾ। ਤੇ ਸਾਰੇ ਮਿਲ ਬੈਠੇ ਨੇ ਇੱਕ ਥਾਂ ਤੇ। ਸਾਧ ਸੰਗਤ ਸਾਰੇ ਗੁਰੂ ਕੀ ਸੰਗਤ ਵਿੱਚ ਸਜੇ ਨੇ। ਕਰੇ ਪਰਸ ਪਰ ਬਾਕ ਬਖਾਨਾ। ਤੇ ਸਾਰਿਆਂ ਨੇ ਪਿਆਰ ਭਰੇ ਬਚਨ ਜਿਹੜੇ ਨੇ ਉਹ ਸਤਿਗੁਰਾਂ ਦੇ ਨਾਲ ਕੀਤੇ ਨੇ ਜੀ। ਪ੍ਰਿਥੀਏ ਕਹਾਂ ਕਰਿਓ ਨਹਿ ਆਇਓ। ਬਚਨ ਬਿਲਾਸ ਕਰਦਿਆਂ ਸਾਰੇ ਗੁਰਸਿੱਖ ਕਹਿਣ ਲੱਗੇ, ਸਤਿਗੁਰੂ ਬਾਬਾ ਪ੍ਰਿਥੀ ਚੰਦ ਉਹ ਨਹੀਂ ਆਏ,
ਪ੍ਰਿਥੀਏ ਕਹਾਂ ਕਰਿਓ ਨ ਆਇਓ। ਕੀ ਕਾਰਨ ਹੈ ਕਿ ਪ੍ਰਿਥੀ ਚੰਦ ਇਸ ਵਿਆਹ ਦੇ ਕਾਰਜ ਵਿੱਚ ਨਹੀਂ ਆਇਆ ਜੀ? ਕਿਉ ਦੁਖ ਪਾਏ ਵਿਰੋਧ ਉਠਾਇਓ। ਕਿਉਂ ਉਹ ਵੱਡਾ ਦੁੱਖ ਪ੍ਰਾਪਤ ਕਰਦਾ ਤੇ ਵਿਰੋਧ ਕਰਦਾ, ਗੁਰੂ ਘਰ ਦਾ ਵਿਰੋਧ ਕਰਦਾ, ਸ਼ਰੀਕਾ ਕਰਦਾ ਜੀ ਤੁਹਾਡੇ ਨਾਲ। ਕਿਉਂਕਿ ਤੁਹਾਡੇ ਵਿੱਚ ਜੋਤ ਤਾਂ ਧੰਨ ਗੁਰੂ ਰਾਮਦਾਸ ਜੀ ਨੇ ਆਪ ਟਿਕਾਈ ਹੈ। ਇਸ ਤਰ੍ਹਾਂ ਦੇ ਬਚਨ ਬਿਲਾਸ ਸਿੱਖ ਸੰਗਤ ਕਰਦੇ ਜਦੋਂ ਮਿਲੇ ਨੇ ਤੇ ਪੁੱਛਿਆ ਜੀ ਕੀ ਕਾਰਨ ਹੈ, ਪ੍ਰਿਥੀ ਚੰਦ ਕਿਉਂ ਨਹੀਂ ਆਇਆ ਤੇ ਦੁੱਖ ਪਾ ਕੇ ਕਿਉਂ ਵਿਰੋਧ ਵਧਾਇਆ ਉਸਨੇ ਜੀ? ਸ੍ਰੀ ਗੁਰੂ ਰਾਮਦਾਸ ਕੇ ਹਾਥ। ਧੰਨ ਗੁਰੂ ਰਾਮਦਾਸ ਕਿਰਪਾ ਵਰਤਾਉਂਦੇ ਨੇ। ਉਹਨਾਂ ਨੇ ਆਪ ਕਿਰਪਾ ਕਰਕੇ ਆਪ ਜੀ ਦੇ ਸਿਰ ਤੇ ਹੱਥ ਰੱਖਿਆ। ਇਹ ਬਚਨ ਸੰਗਤ ਧੰਨ ਗੁਰੂ ਅਰਜਨ ਦੇਵ ਜੀ ਨੂੰ ਕਹਿ ਰਹੀ ਹੈ ਕਿ ਪ੍ਰਿਥਵੀ ਐਵੇਂ ਸਾੜਾ ਪਿਆ ਕਰਦਾ ਹੈ, ਇਹ ਕਿਰਪਾ ਤੇ ਤੁਹਾਡੇ ਉੱਤੇ ਧੰਨ ਗੁਰੂ ਰਾਮਦਾਸ ਜੀ ਨੇ ਆਪ ਵਰਤਾਈ ਹੈ ਜੀ। ਤੇ ਗੁਰਤਾ ਕੋ ਕਰਿਓ ਸਨਾਥ। ਤੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਉਹਨਾਂ ਮਾਲਕ ਬਣਾਇਆ। ਇਸ ਵਕਤ ਗੁਰੂ ਜੀ ਤੁਸੀਂ ਮਾਲਕ ਹੋ, ਅਸੀਂ ਤੁਹਾਡੇ ਸੇਵਕ ਹਾਂ। ਇਹ ਗੁਰਿਆਈ ਗੱਦੀ ਦੀ ਪਦਵੀ ਤਾਂ ਧੰਨ ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ। ਅਪਰ ਯਤਨ ਤੇ ਕਿਉ ਨਾ ਪਾਵੈ। ਭਾਵੇਂ ਕੋਈ ਹੋਰ ਕਿੰਨੇ ਵੀ ਯਤਨ ਕਿਉਂ ਨਾ ਕਰੇ, ਗੁਰਿਆਈ ਗੱਦੀ ਆਪਣੇ ਯਤਨਾਂ ਨਾਲ ਨਹੀਂ, ਗੁਰਿਆਈ ਗੱਦੀ ਤਾਂ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ। ਕਿਉ ਅਬ ਲਗ ਬੜ ਕਪਟ ਕਮਾਵੈ। ਪਤਾ ਨਹੀਂ ਬਾਬਾ ਪ੍ਰਿਥੀ ਚੰਦ ਕਿਉਂ ਹੋਰਨਾਂ ਦੇ ਮਗਰ ਲੱਗ ਕੇ ਤੇ ਵੱਡਾ ਛਲੀਆ ਬਣਿਆ ਪਿਆ, ਵੱਡੇ ਛਲ ਕਮਾਉਂਦਾ ਹੈ, ਕਪਟ ਕਮਾਉਂਦਾ ਹੈ। ਇਸ ਗੱਲ ਦੀ ਗੁਰਸਿੱਖ ਕਹਿਣ ਲੱਗੇ ਸਮਝ ਨਹੀਂ ਪੈ ਰਹੀ ਜੀ। ਆਪ ਕੇ ਵਿਛੜਿਓ ਮਿਲੇ ਨਾ ਕੈਸੇ। ਜੇ ਹੁਣ ਤੇ ਆਪਾਂ ਵਿਛੜੇ ਆ ਤੇ ਫਿਰ ਕਦੋਂ ਮਿਲਾਂਗੇ? ਬਾਬਾ ਪ੍ਰਿਥੀ ਚੰਦ ਜੀ ਨੂੰ ਆ ਜਾਣਾ ਚਾਹੀਦਾ ਸੀ, ਪਰ ਉਹ ਨਜਾਇਜ਼ ਈਰਖਾ ਗੁਰੂ ਘਰ ਨਾਲ ਕਰਦਾ ਹੈ। ਆਗੇ ਸੰਤਤ ਰਹਿ ਹੈ ਤੈਸੇ। ਤੋ ਕਵੀ ਜੀ ਨੇ ਦੱਸਿਆ ਆਗੇ ਸੰਤਤ ਰਹਿ ਤੈਸੇ। ਅੱਗੇ ਵੀ ਜਿਹੜੀ ਸੰਤਤ ਤੋਂ ਭਾਵ ਸੰਤਾਨ ਹੈ ਉਹ ਫਿਰ ਇਸੇ ਤਰ੍ਹਾਂ ਦੀ ਰਵੇਗੀ ਜਿਸ ਤਰ੍ਹਾਂ ਦਾ ਹੁਣ ਪ੍ਰਿਥੀ ਚੰਦ ਵਰਤਾਰਾ ਵਰਤਾਉਂਦਾ ਹੈ। ਫਿਰ ਅੱਗੇ ਔਲਾਦ ਤੇ ਵੀ ਅਸਰ ਇਸ ਤਰ੍ਹਾਂ ਦਾ ਪੈਂਦਾ ਹੈ ਜੀ। ਨਹਿ ਕੁਝ ਸਮਝੀ ਭਾ ਮਤ ਮੰਦ। ਪਤਾ ਨਹੀਂ ਉਸਨੇ ਮੰਦੀ ਮਤ ਕਿਉਂ ਧਾਰਨ ਕੀਤੀ ਹੈ ਤੇ ਮੰਦੀ ਮਤ ਧਾਰਨ ਕਰਕੇ ਕੁਝ ਅਸਲੀਅਤ ਨਹੀਂ ਸਮਝ ਸਕਿਆ ਜੀ। ਮਿਲਿਓ ਨਾ ਐਸੇ ਕਾਜ ਬਿਲੰਦ। ਇਹੋ ਜੇ ਕਾਰਜ ਉੱਤੇ ਮਿਲ ਪੈਣਾ ਚਾਹੀਦਾ ਸੀ ਪਰ ਉਹ ਮਿਲਿਆ ਨਹੀਂ। ਐਸੇ ਕਾਰਜ ਉੱਤੇ ਜ਼ਰੂਰ ਮਿਲਣਾ ਚਾਹੀਦਾ ਸੀ ਪਰ ਮੰਦੀ ਮਤ ਧਾਰਨ ਕੀਤੀ ਹੋਣ ਕਰਕੇ ਇਸ ਖੁਸ਼ੀ ਦੇ ਕਾਰਜ ਵਿੱਚ ਵੀ ਨਹੀਂ ਆਇਆ ਜੀ। ਸ਼੍ਰੀ ਅਰਜਨ ਸਭ ਸਾਥ ਬਖਾਨੀ। ਇਹ ਬਚਨ ਜਦੋਂ ਗੁਰਸਿੱਖਾਂ ਤੋਂ ਸਤਿਗੁਰਾਂ ਨੇ ਸੁਣੇ ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਰਿਆਂ ਦੇ ਨਾਲ ਫਿਰ ਇਹ ਬਚਨ ਕੀਤਾ ਕਿ ਜੋ ਮਾਂ ਕਵੀ ਜੀ ਦੱਸਦੇ ਨੇ। ਅਗ ਕੋ ਕਰਤ ਰਹਿਓ ਛਲਸਾਨੀ। ਕਹਿਣ ਲੱਗੇ ਭਾਈ ਪਤਾ ਨਹੀਂ ਕੀ ਕਾਰਨ ਹੈ ਕਿ ਬਾਬਾ ਪ੍ਰਿਥੀ ਚੰਦ ਸਾਡਾ ਵੱਡਾ ਭਰਾ ਹੈ, ਧੰਨ ਗੁਰੂ ਰਾਮਦਾਸ ਜੀ ਦਾ ਵੱਡਾ ਸਾਹਿਬਜ਼ਾਦਾ ਹੈ। ਪਾਪ ਕਰਨ ਤੋਂ ਵੀ ਉਹ ਬਚਦਾ ਨਹੀਂ ਤੇ ਛਲ ਆਦਿਕ ਵੀ ਕਪਟੀ ਬਣਿਆ ਫਿਰਦਾ, ਕਪਟ ਵੀ ਕਮਾਉਂਦਾ ਹੈ ਤੇ ਪਾਪ ਵੀ ਕਰਦਾ ਹੈ। ਹਰ ਗੋਬਿੰਦ ਕੇ ਮਾਰਨ ਕਾਰਨ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਉਹ ਤਾਂ ਮਾਰਨ ਵਾਸਤੇ ਵੱਡੇ ਵੱਡੇ ਕਾਰਨ ਪੈਦਾ ਕਰਦਾ ਹੈ। ਉਹਨੇ ਪਹਿਲਾਂ ਕੀਤੇ ਵੀ ਨੇ। ਜਦੋਂ ਗੁਰੂ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਸਾਹਿਬ ਵਿੱਚ ਹੁੰਦਾ ਹੈ, ਕਿਧਰੇ ਦਾਈ ਨੂੰ, ਕਿਧਰੇ ਸਪੇਰੇ ਨੂੰ, ਕਿਧਰੇ ਦਹੀਂ ਦੇ ਕੇ ਬ੍ਰਾਹਮਣ ਨੂੰ ਘੱਲਦਾ ਹੈ। ਕਈ ਤਰ੍ਹਾਂ ਦੇ ਉਹਨੇ ਇਹ ਪਾਪ ਕੀਤੇ ਵੀ ਨੇ ਤੇ ਸਤਿਗੁਰੂ ਸੰਗਤਾਂ ਨੂੰ ਕਹਿਣ ਲੱਗੇ ਭਾਈ ਪਤਾ ਨਹੀਂ ਉਹ ਕੀ ਕਾਰਨ ਹੈ ਕਿ ਇਸ ਤਰ੍ਹਾਂ ਦੇ ਵਲਛਲ ਕਰਦਾ ਹੈ। ਕਰੇ ਅਨਕ ਕੇ ਗੁਰੂ ਉਬਾਰਨ। ਉਹ ਤੇ ਗੁਰੂ ਜੀ ਨੂੰ ਮਾਰਨ ਵਾਸਤੇ ਪਾਪ ਕਰਦਾ ਤੇ ਕਰੇ ਅਣਕ।
ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਹਰਗੋਬਿੰਦ ਜੀ ਨੂੰ ਬਚਾਉਣ ਵਾਸਤੇ ਮੇਰੇ ਮਾਲਕ ਕਿਰਪਾ ਵਰਤਾਉਂਦੇ ਨੇ। ਉਹਨਾਂ ਦੇ ਅਨੇਕਾਂ ਉਪਾਅ ਨੇ ਬਚਾਉਣ ਵਾਲੇ ਦੇ, ਪਰ ਇੱਧਰ ਮਾਰਨ ਵਾਲਾ ਵੀ ਆਪਣੇ ਅਨੇਕਾਂ ਉਪਾਅ ਕਰਦਾ ਹੈ। ਤਉ ਬੇਨਤੀ ਹਮਨੇ ਕੀਨ। ਸਤਿਗੁਰੂ ਕਹਿਣ ਲੱਗੇ, ਗੁਰਸਿੱਖ ਸੰਗਿਓ, ਅਸੀਂ ਤਾਂ ਬਾਬਾ ਪਿਰਥੀ ਚੰਦ ਜੀ ਨੂੰ ਵਿਆਹ ਦਾ ਸੱਦਾ ਪੱਤਰ ਦਿੱਤਾ ਸੀ, ਆਪਣਾ ਵੱਡਾ ਭਰਾ ਜਾਣ ਕੇ ਬੇਨਤੀ ਕੀਤੀ ਸੀ। ਨਹਿ ਮਾਨਿਓ ਮਨ ਮਹਾਬਲੀਨ। ਉਹਨੇ ਮੈਲੀ ਮੱਤ ਵਾਲੇ ਨੇ ਮੰਨਿਆ ਨਹੀਂ ਇਹ ਬਚਨ, ਇਸ ਕਰਕੇ ਉਹ ਨਹੀਂ ਆਇਆ। ਅਸੀਂ ਤਾਂ ਭਾਈ ਇਹ ਬੜੇ ਪ੍ਰੇਮ ਨਾਲ ਜਾ ਕੇ ਬੇਨਤੀ ਕੀਤੀ ਸੀ। ਤੁਰਕਨ ਪਾਸ ਪੁਕਾਰੂ ਗਇਓ। ਉਹ ਸਗੋਂ ਤੁਰਕਾਂ ਦੇ ਪਾਸ ਫਰਿਆਦੀ ਬਣ ਕੇ ਗਿਆ ਹੈ। ਕੁਛ ਨਾ ਬਸਾਏ ਤਾਂ ਬੈਠਤ ਭਇਓ। ਇਹਦੇ ਵੱਸ ਕੁਝ ਵੀ ਨਹੀਂ ਚੱਲਣਾ, ਫਿਰ ਹਾਰ ਕੇ ਬੈਠ ਜਾਏਗਾ। ਕੇਵਲ ਪੁਕਾਰੂ ਹੀ ਬਣਦਾ ਫਿਰਿਆ। ਇਹ ਫਰਿਆਦੀ ਉਹਨਾਂ ਪਾਸ ਤੁਰਕਾਂ ਦੇ ਜਾ ਕੇ ਬਣਦਾ, ਪਰ ਬਣਨਾ ਇਹਦਾ ਕੁਝ ਨਹੀਂ, ਹਾਰ ਹੰਬ ਕੇ ਨੇ ਬੈਠ ਜਾਣਾ ਹੈ। ਲਿਖ ਅਰਦਾਸ ਪਠਿਓ ਪਕਵਾਨ। ਅਸੀਂ ਤਾਂ ਜਦੋਂ ਵਿਆਹ ਤੇ ਵੀ ਨਹੀਂ ਆਇਆ ਤੇ ਪਕਵਾਨ ਬਣੇ, ਉਸ ਵੇਲੇ ਵੀ ਬੇਨਤੀ ਕੀਤੀ, ਸੁਨੇਹਾ ਘੱਲਿਆ ਕਿ ਹੁਣ ਪਕਵਾਨ ਤਿਆਰ, ਗੁਰੂ ਕਾ ਲੰਗਰ ਤਿਆਰ, ਤੇ ਤੁਸੀਂ ਭਰਾਤਾ ਜੀ ਪਹੁੰਚ ਜਾਓ ਜੀ। ਵੇਖ ਕਹਿ ਕਰੋ ਪ੍ਰਾਨ ਤਿਨਹਾਨ। ਉਹ ਤੇ ਵੇਖ ਕੇ ਕਹਿੰਦਾ ਅੱਗੋਂ ਵੀ ਮੈਂ ਤੁਹਾਡੇ ਪੁੱਤਰ ਸ਼੍ਰੀ ਹਰਗੋਬਿੰਦ ਦੇ ਪ੍ਰਾਣ ਹੀ ਲੈ ਲੈਣੇ। ਉਹਨੇ ਵਿਆਹ ਵਿੱਚ ਤੇ ਭਾਈ ਕੀ ਆਉਣਾ, ਉਹ ਤੇ ਸਗੋਂ ਈਰਖਾ ਦਾ ਭਰਿਆ ਇਸ ਤਰ੍ਹਾਂ ਦੇ ਬਚਨ ਕਰਦਾ ਹੈ। ਅਬ ਤੇ ਹਮਨੇ ਤਿਆਗਨ ਕਰਿਓ। ਇਸ ਕਰਕੇ ਅਸੀਂ ਸੋਚਿਆ ਵੀ ਕਾਹਦੇ ਵਾਸਤੇ ਘਰ ਵਿੱਚ ਕਲੇਸ਼ ਝਗੜਾ ਪਵੇ, ਨਾ ਪਵੇ ਚੰਗਾ, ਕਿਉਂਕਿ ਖੁਸ਼ੀ ਦਾ ਕਾਰਜ ਹੈ। ਅੱਗੇ ਅਸੀਂ ਧਰਮ ਪ੍ਰਚਾਰ ਦੇ ਵੀ ਵੱਡੇ ਕਾਰਜ ਕਰਨੇ ਆ, ਤੇ ਇਸ ਗੱਲ ਨੂੰ ਮੁੱਖ ਰੱਖ ਕੇ ਅਸੀਂ ਫਿਲਹਾਲ ਤਿਆਗ ਦਿੱਤਾ, ਭਾਵ ਪਾਸੇ ਕਰ ਦਿੱਤਾ ਹੈ। ਮਿਲਿਓ ਨਾ ਮਰਨੇ ਪਰਨੇ ਬਰਿਓ। ਉਹ ਤੇ ਇਸ ਤਰ੍ਹਾਂ ਦਾ ਕਹਿੰਦਾ ਵੀ ਅਸੀਂ ਇਹਨਾਂ ਨਾਲ ਮਰਨੇ ਪਰਨੇ ਤੇ ਵੀ ਨਹੀਂ ਮਿਲਣਾ। ਉਹਨੇ ਹੀ ਲਕੀਰ ਖਿੱਚ ਲਈ ਹੈ। ਅਸੀਂ ਤਾਂ ਆਪਣਾ ਪੂਰਾ ਫਰਜ਼ ਨਿਭਾਇਆ, ਪਰ ਉਹਨੇ ਫਰਜ਼ਾਂ ਦੀ ਪੂਰਤੀ ਨਹੀਂ ਕੀਤੀ, ਇਸ ਕਰਕੇ ਉਹ ਨਹੀਂ ਆਇਆ, ਕਿਉਂਕਿ ਮਨ ਵਿੱਚ ਕੋਈ ਛਲ ਆਦਿਕ ਹੈ। ਤੋ ਇਸ ਤੋਂ ਅਗਲਾ ਪ੍ਰਸੰਗ ਜਿਹੜਾ ਉਹ ਕੱਲ ਨੂੰ ਸਰਵਣ ਕਰਾਇਆ ਜਾਏਗਾ। ਗੁਰ ਇਤਿਹਾਸ ਪੜ੍ਹਦਿਆਂ ਵਿਚਾਰ ਕਰਦਿਆਂ ਅੱਜ ਦੀ ਇੰਨੀ ਸਾਨੂੰ ਸਿੱਖਿਆ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਦੀ ਮਹਿਮਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਭਾਈ ਵੱਡੀ ਹੈ, ਤੇ ਵੱਡੀ ਮਹਿਮਾ ਦਾ ਪ੍ਰਚਾਰ ਪ੍ਰਸਾਰ ਚੜ੍ਹਦੀ ਕਲਾ ਨਾਲ ਹੋਵੇ, ਤੇ ਘਰ ਦੀ ਈਰਖਾ ਆਦਿਕ ਖਤਮ ਹੋਵੇ, ਘਰਾਂ ਵਿੱਚ ਵੀ ਸੁੱਖ ਹੋਵੇ। ਤੋ ਸਾਧ ਸੰਗਤ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸਾਹਿਬ ਜੀ ਦਾ, ਮਾਣਯੋਗ ਸਿੰਘ ਸਾਹਿਬਾਨ ਜੀ ਦਾ, ਗੁਰ ਸੰਗਤਾਂ ਦਾ, ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਅਖੀਰਲੀਆਂ ਲਾਈਨਾਂ ਦਾ ਪਾਠ ਕਰਕੇ ਅੱਜ ਦੇ ਕਥਨ ਦੀ ਸਮਾਪਤੀ ਹੈ। ਲਿਖ ਅਰਦਾਸ ਪਠਿਓ ਪਕਵਾਨ। ਭਿਖ ਕਹਿ ਕਰੋ ਪ੍ਰਾਨ ਤਿਨਹਾਨ। ਅਬ ਤੇ ਹਮਨੇ ਤਿਆਗਨ ਕਰਿਓ। ਮਿਲਿਓ ਨਾ ਮਰਨੇ ਪਰਨੇ ਬਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।